ਕੰਚ ਟੀਵੀ ਨਾਲ ਜੁੜੇ ਬੈਠੇ ਸਾਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਭੁਪਿੰਦਰ ਅਹੀਰ ਵੱਲੋਂ ਜੈ ਗੁਰਦੇਵ ਆਪ ਸਾਰਿਆਂ ਨੂੰ ਇਸ ਅੱਜ ਦੇ ਸਾਂਝੀ ਵਾਲਤਾ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਗੁਰੂ ਰਵਿਦਾਸ ਜੀ ਦੀ ਬਾਣੀ ਦੀ ਗੱਲ ਕੀਤੀ ਜਾਂਦੀ ਹੈ, ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਸਾਂਝੀ ਵਾਲਤਾ ਦੀ ਗੱਲ ਕੀਤੀ ਜਾਂਦੀ ਹੈ, ਗੁਰੂਆਂ ਦੇ ਉਪਦੇਸ਼ ਦੀ ਗੱਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਜੋ ਸਤਿਗੁਰੂ ਰਵਿਦਾਸ ਜੀ ਅੱਜ ਤੋਂ ਤਕਰੀਬਨ 650 ਸਾਲ ਪਹਿਲਾਂ 643 ਈਅਰ ਪਹਿਲਾਂ ਉਹ ਦੁਨੀਆ ਦੇ ਵਿੱਚ ਆਏ। ਉਹਨਾਂ ਨੇ ਆਪਣੀ ਜ਼ਿੰਦਗੀ ਲਾ ਦਿੱਤੀ ਸਾਨੂੰ ਸਮਝਾਉਣ ਦੇ ਲਈ, ਸਾਨੂੰ ਇੱਕ ਚੰਗਾ ਰਸਤਾ ਦਿਖਾਉਣ ਦੇ ਲਈ। ਪਰ ਉਹ ਜਿਸ ਡਿਸਕ੍ਰਿਮੀਨੇਸ਼ਨ ਦੇ ਵਿਰੁੱਧ ਉਹ ਲੜਦੇ ਸੀ, ਡਿਸਕ੍ਰਿਮੀਨੇਸ਼ਨ ਦੇ ਵਿਰੁੱਧ ਉਹਨਾਂ ਨੇ ਇੱਕ ਆਵਾਜ਼ ਉਠਾਈ ਸੀ, ਉਹ ਅੱਜ ਵੀ ਮੌਜੂਦ ਹੈ, ਅੱਜ ਵੀ ਐਗਜ਼ਿਸਟ ਕਰਦਾ ਹੈ। ਕਿ ਤੁਸੀਂ ਇਸ ਤੁਹਾਡੇ ਨਾਲ ਵੀ ਕਦੀ ਅੱਜ ਦੇ ਟਾਈਮ ਦੇ ਵਿੱਚ ਜਾਂ ਸਕੂਲ ਦੇ ਟਾਈਮ ਵਿੱਚ, ਕਾਲਜ ਦੇ ਟਾਈਮ ਵਿੱਚ ਜਾਂ ਆਪਣੇ ਕਿਤੇ ਕੰਮ ਕਰਦੇ ਜਗ੍ਹਾ ਦੇ ਵਿੱਚ ਕੀ ਤੁਹਾਡੇ ਨਾਲ ਕਦੇ ਡਿਸਕ੍ਰਿਮੀਨੇਸ਼ਨ ਕੋਈ ਹੋਇਆ ਹੈ? ਅਗਰ ਹੋਇਆ ਹੈ ਤਾਂ ਤੁਸੀਂ ਸਾਡੇ ਨਾਲ ਇਹ ਆਪਣੀ ਲਾਈਫ ਐਕਸਪੀਰੀਅੰਸ ਨੂੰ ਸ਼ੇਅਰ ਕਰ ਸਕਦੇ ਹੋ, ਤਾਂ ਕਿ ਅਸੀਂ ਆਉਣ ਵਾਲੀ ਦੁਨੀਆ ਨੂੰ ਦੱਸ ਸਕੀਏ ਕਿ ਅੱਜ ਵੀ ਦੁਨੀਆ ਭਰ ਦੇ ਵਿੱਚ ਇਹੋ ਜਿਹੀ ਹਲਚਲ ਹੈ। ਅੱਜ ਵੀ ਜਾਤ ਦੇ ਨਾਂ 'ਤੇ, ਰੰਗ ਦੇ ਨਾਂ 'ਤੇ, ਨਸਲ ਦੇ ਨਾਂ 'ਤੇ ਇਹੋ ਜਿਹੇ ਡਿਸਕ੍ਰਿਮੀਨੇਸ਼ਨ ਕੀਤੇ ਜਾਂਦੇ ਹਨ। ਲੰਡਨ ਦੇ ਸਟੂਡੀਓ ਦਾ ਲਾਈਵ ਨੰਬਰ ਹੈ, ਤੁਸੀਂ ਲਾਈਵ ਕਾਲ ਕਰ ਸਕਦੇ ਹੋ 0203 598 7243 ਤੇ ਗੱਲ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਨੂੰ ਸ਼ੇਅਰ ਕਰ ਸਕਦੇ ਹੋ, ਜਾਂ ਤੁਸੀਂ ਇਸ ਤੇ ਡਿਸਕ੍ਰਿਮੀਨੇਸ਼ਨ ਦੇ ਬਾਰੇ ਵਿੱਚ ਜੋ ਇੱਕ ਦੂਸਰੇ ਦੇ ਨਾਲ ਰੰਗ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਨਸਲ ਦੇ ਨਾਂ 'ਤੇ, ਜਾਂ ਫਿਰ ਕਿਸੇ ਬਿਮਾਰੀ ਦੇ ਨਾਂ 'ਤੇ, ਅਗਰ ਕਿਸੇ ਦੇ ਨਾਲ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੋ ਇੱਕ ਦੂਸਰੇ ਦੇ ਨਾਲ ਅਸੀਂ ਡਿਸਕ੍ਰਿਮੀਨੇਸ਼ਨ ਜਿਸ ਨੂੰ ਕਿਹਾ ਜਾਂਦਾ ਹੈ, ਅਗਰ ਉਹ ਹੋਇਆ ਹੈ ਤੇ ਤੁਸੀਂ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਇਹ ਡਿਸਕ੍ਰਿਮੀਨੇਸ਼ਨ ਕਿਸੇ ਤਰੀਕੇ ਨਾਲ ਵੀ ਹੋ ਸਕਦਾ ਹੈ, ਜੋ ਇੱਕ ਬਹੁਤ ਹੀ ਡਰਾਵਣੀ, ਬਹੁਤ ਹੀ ਇੱਕ ਘਿਰਣਾਯੋਗ ਗੱਲ ਹੈ ਕਿ ਜਿਸ ਦੀ ਵਜ੍ਹਾ ਕਰਕੇ ਜਿਸ ਆਦਮੀ ਦੇ ਨਾਲ ਇਹ ਫਰਕ ਕੀਤਾ ਜਾਂਦਾ ਹੈ, ਜਿਸ ਆਦਮੀ ਦੇ ਨਾਲ ਇਹ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ, ਉਸ ਆਦਮੀ ਦੇ ਦਿਲ ਤੇ ਕੀ ਬੀਤਦੀ ਹੋਗੀ, ਇਸ ਨੂੰ ਐਕਸਪਲੇਨ ਕਰਨਾ ਇਹ ਨਾਮੁਮਕਿਨ ਹੈ। ਕਿਉਂਕਿ ਅਸੀਂ ਜਦ ਭਾਰਤ ਤੋਂ ਚੱਲ ਕੇ ਇੰਗਲੈਂਡ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਦੂਸਰੇ ਦੇਸ਼ਾਂ ਦੇ ਵਿੱਚ ਆਉਂਦੇ ਹਾਂ ਤੇ ਸਾਨੂੰ ਐਕਸਪੀਰੀਅੰਸ ਹੁੰਦਾ ਹੈ ਕਿ ਦੂਸਰੇ ਲੋਕ ਰੰਗ ਦੇ ਨਾਂ 'ਤੇ, ਨਸਲ ਦੇ ਨਾਂ 'ਤੇ, ਬੋਲੀ ਦੇ ਨਾਂ 'ਤੇ ਉਹ ਫਰਕ ਕਰਦੇ ਹਨ। ਤੇ ਫਿਰ ਉਹੀ ਚੀਜ਼ ਜਦੋਂ ਅਸੀਂ ਪਿੱਛੇ ਵੱਲ ਦੇਖਦੇ ਹਾਂ ਤੇ ਅਸੀਂ ਆਪਣੇ ਦੇਸ਼ ਨੂੰ, ਭਾਰਤ ਨੂੰ ਜਾਂ ਏਸ਼ੀਆ ਨੂੰ ਦੂਸਰੇ ਕੰਟੀਨੈਂਟਸ ਜਾਂ ਦੂਸਰੇ ਦੇਸ਼ਾਂ ਦੇ ਨਾਲ ਕੰਪੇਅਰ ਕਰਦੇ ਹਾਂ ਕਿ ਇੱਥੇ ਕਿਸ ਤਰ੍ਹਾਂ ਦੀ ਲਾਈਫ ਹੈ ਤੇ ਬੈਕ ਹੋਮ ਕਿਹੋ ਜਿਹੀ ਲਾਈਫ ਹੈ। ਫਿਰ ਹੌਲੀ ਹੌਲੀ ਚਲਦਿਆਂ ਅਸੀਂ ਸਟੇਟਸ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਪੰਜਾਬ ਸਟੇਟ ਹੈ, ਹਰਿਆਣਾ ਸਟੇਟ ਹੈ, ਕੇਰਲਾ ਸਟੇਟ ਹੈ, ਮਹਾਰਾਸ਼ਟਰ ਹੈ। ਉਹਨਾਂ ਦੇ ਵਿੱਚ ਵੀ ਅਕਸਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਦੂਸਰੇ 'ਤੇ ਉਂਗਲ ਉਠਾਈ ਜਾਂਦੀ ਹੈ। ਕਹਿੰਦੇ ਨੇ ਕਿ ਹਰ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ। ਤੇ ਇਸ ਦੇ ਬਾਰੇ ਵਿੱਚ ਹੀ ਗੁਰੂਆਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਫਿਲਾਸਫਰਾਂ ਨੇ ਬਹੁਤ ਸਾਰੇ ਸ਼ਬਦ ਲਿਖੇ ਹਨ, ਬਹੁਤ ਸਾਰੀਆਂ ਗੱਲਾਂ ਲਿਖੀਆਂ ਹਨ, ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨ, ਬਹੁਤ ਸਾਰੇ ਇਹੋ ਜਿਹੇ ਜਸ਼ੀਲੇ ਗੀਤ ਲਿਖੇ ਹਨ, ਸੰਗੀਤ ਲਿਖੇ ਹਨ। ਉਹਨਾਂ ਨੂੰ ਸੁਣ ਕੇ ਅੱਜ ਵੀ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਇਹੋ ਜਿਹੀ ਜੋ ਇੱਕ ਬਿਮਾਰੀ ਸੀ, ਜੋ ਇੱਕ ਬਿਮਾਰੀ ਦਾ ਜਿਸ ਦਾ ਇਲਾਜ ਹਾਲੇ ਤੱਕ ਵੀ ਨਹੀਂ ਹੋ ਚੁੱਕਿਆ, ਇੱਕ ਬਹੁਤ ਹੀ ਭੈੜੀ ਬਿਮਾਰੀ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਲੋਕਾਂ ਦੀ ਦਿਮਾਗੀ ਹਾਲਤ ਹਿਲ ਜਾਂਦੀ ਹੈ। ਇਮੈਜਿਨ ਕਰਕੇ ਦੇਖੋ ਕਿ ਅਗਰ ਕੋਈ ਵੀ ਜਾਤ, ਕਿਸੇ ਵੀ ਧਰਮ, ਕਿਸੇ ਵੀ ਮਜ਼ਹਬ ਦਾ ਜਾਂ ਕਿਸੇ ਵੀ ਰੰਗ ਦਾ ਕੋਈ ਆਦਮੀ ਹੋਵੇ, ਅਗਰ ਉਸ ਦੇ ਨਾਲ ਫਿਰਕਾ ਪ੍ਰਸਤੀ ਕੀਤੀ ਜਾਵੇ, ਉਸ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਵੇ, ਉਸ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਮਤਭੇਦ ਕੀਤਾ ਜਾਵੇ, ਤੇ ਉਸ ਆਦਮੀ ਦੀ ਜੋ ਮੈਂਟਲ ਹੈਲਥ ਹੈ ਜਾਂ ਉਸ ਦੇ ਦਿਮਾਗ 'ਤੇ ਜੋ ਅਸਰ ਹੁੰਦਾ ਹੈ, ਉਸ ਦਾ ਅਸਰ ਉਹ ਹਮੇਸ਼ਾ ਲਈ ਉਸ ਨੂੰ ਲੈ ਬੈਠਦਾ ਹੈ। ਅਸੀਂ ਕੰਮ 'ਤੇ ਜਾਂਦੇ ਹਾਂ, ਕੰਮ 'ਤੇ ਵੀ ਅਕਸਰ ਦੇਖਦੇ ਹਾਂ ਕਿ ਜੋ ਹਾਇਰ ਅਥਾਰਟੀ ਹੁੰਦੀਆਂ ਹਨ, ਉਹਨਾਂ ਵੱਲੋਂ ਵੀ ਜੋ ਉਸ ਦੇ ਲੋਅਰ ਕੰਮ ਕਰਨ ਵਾਲੇ ਥੱਲੇ ਹੁੰਦੇ ਹਨ, ਉਹਨਾਂ 'ਤੇ ਵੀ ਕਿਸੇ ਨਾ ਕਿਸੇ ਤਰੀਕੇ ਦਾ ਦਬਾਅ ਪਾਇਆ ਜਾਂਦਾ ਹੈ। ਅਸੀਂ ਮੰਦਿਰ ਵਿੱਚ ਜਾਂਦੇ ਹਾਂ, ਚਰਚ ਦੇ ਵਿੱਚ ਜਾਂਦੇ ਹਾਂ, ਗੁਰਦੁਆਰੇ ਵਿੱਚ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਉੱਥੇ ਸਾਨੂੰ ਅਕਸਰ ਇਹੋ ਜਿਹੀ ਗੱਲਾਂ, ਇਹੋ ਜਿਹੇ ਐਕਸਪੀਰੀਅੰਸ, ਇਹੋ ਜਿਹਾ ਮਤਭੇਦ ਐਕਸਪੀਰੀਅੰਸ ਹੁੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ, ਤੁਹਾਡੀਆਂ ਕੋਲਾਂ ਲਵਾਂਗੇ। ਤੁਸੀਂ ਇਸ ਟੌਪਿਕ 'ਤੇ ਸਾਨੂੰ ਦੱਸਣਾ ਕਿ ਕੀ ਕਿਸੇ ਦੇ ਨਾਲ ਰੰਗ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ, ਜਾਂ ਫਿਰ ਐਜੂਕੇਸ਼ਨ ਦੇ ਨਾਂ 'ਤੇ, ਜਾਂ ਫਿਰ ਉਮਰ ਦੇ ਨਾਂ 'ਤੇ, ਜਾਂ ਫਿਰ ਕਿਸੇ ਬਿਮਾਰੀ ਕਰਕੇ ਅਗਰ ਕਿਸੇ ਦੇ ਨਾਲ
कोई फर्क किया जाए तो उस आदमी जो फर्क करता है आदमी वो तो सिर्फ अपनी दादागिरी दिखाता है, वो तो सिर्फ दिखाता है कि मैं पावरफुल हाँ, जद कि उसनों ये एहसास होना चाहिए है कि परमात्मा ने उसनों थोड़ी जी बेहतर लाइफ दी है। अगर असी अपने तो अगे वाले लोगों के नाल अपने आप को कंपेयर करिए तो सानू एहसास होता है कि असी जिंदगी की दौड़ के विच पिछे रह चुके हाँ। अगर असी अपने तो रह चुके पिछे लोगों के नाल ये कंपैरिजन करते हाँ, उन्होंने बारे सोचते हाँ, तो फिर सानू एहसास होता है कि कोई असी किन्ने खुशकिस्मत हाँ कि रब ने सानू इहो जिही सिचुएशन ते लिया के रखा है कि साडे घरां दे विच सानू एटलीस्ट खाण ने रोटी मिलती है, सिर ते छत है, शेल्टर है, तुहाडे कोल ट्रांसपोर्ट करन दे जां आवाजाही दे साधन दे हन, जां फिर तुहाडे कोल इनफ मनी है कि तुसी दिन दा राशन खरीद सको जां महीने दा राशन खरीद सको, जां अपने बिल जो अपनी लिविंग एक्सपेंसिस हुंदे हन उन्हां नूं चंगे सही तरीके दे नाल वरत सको। इत्थों तक अजकल एक गल वध चुकी है कि असी अपने आप को उच्चा दिखाने के लिए, अपने आप को दूसरों को बेहतर दिखाने के लिए असी कई बार जरूरत तो ज़्यादा खर्चा कर जाते हाँ। कदे असी जरूरत तो ज़्यादा ब्याह शादियों में भी देखो कि उसके बिच भी एक तरह का कंपीटीशन ही लगा होंदा है कि किसने ब्याह ते किन्ने पैसे खर्चे, दूसरे ने ब्याह ते किन्ने पैसे खर्चे, असी उस ब्याह नूं किस तरह करना है, असी उस तो अगे बढ़न की कोशिश करते हाँ। पर जो लोग पिछे रह जाते हैं, जिन्हां दे लोगों नूं अज भी देखा जाए रोटी नसीब नहीं होंदी, जिन्हां लोगों नूं अज भी स्कूल तो दूर रखा जाता है, जिन्हां लोगों दे विच अज भी पीण नूं पानी नहीं मिलता, जिन्हां लोगों दे विच अज भी उन्हां नूं स्कूल तो जां फिर कम्मां कारां तो दूर रखा जाता है, उन्हां नूं पीण दा पानी नहीं मिलता। अगर उन्हां दी हालात के बारे अगर असी गल करिए, उन्होंने बारे में सोचीए तो सानू एक तरह का बहुत ही एक शॉकिंग सीन साढ़े सामने मोरे आके खड़ा हो जाता है, जिससे सानू पता लगता है कि अज दे जमाने विच भी जिथों सानू भारत का संविधान होवे जां फिर दुनिया के किसी भी देश का संविधान होवे, सानू उत्थों की समाजिक आर्थिक ते राजनीतिक जो एक न्याय है या जस्टिस है, सोशल इकनॉमिक ते पोलिटिकल जो जस्टिस है वो सानू कानूनन तौर पे उसका सानू हक मिल गया है, सानू आज़ादी मिल गई है कि असी अपने व्यूज़ नू अपनी फीलिंग नू एक्सप्रैस कर सकीए, असी अपने तौर तरीकों के नाल पूजा कर सकीए, पाठ कर सकीए, मंदिर जा सकीए, मस्जिद जा सकीए। पर हाले भी देखण दे विच आउंदा है, जदों असी सोशल मीडिया ते देखते हाँ, हाले भी सानू देखण ते आउंदा है किते ना किते ये चीज़ां हाले भी ये दुनिया ते भारी होई पईयां हन। बहुत सारे वीडियोज़, बहुत सारे सोशल मीडिया दे विच, ईवन न्यूज़ दे विच ऑल्दो कि मतलब सानू जिहड़े जो बिग मीडियाज़ हुंदे हन, जो टैलीविजन चैनल हुंदे हन, वो इहो जिहियां चीज़ां नहीं दिखाउंदे। पर अगर असी दूसरे जो लोग रिकॉर्डिंग करके भेजते हैं या लोग रिकॉर्डिंग करके सानू दिखाते हैं, उन्हां दे नाल जो धक्का हुंदा है, जो उन्हां दे नाल उन्हां दे नाल बराबरता का हक उन्होंने नहीं मिलता, तो उन्हां दे दिमाग की या दिल की या फिजिकल हालत किहो जी हुंदी होवेगी, इस दे बारे में आपां गल्लां करांगे। अक्सर देखा जाता है कि कदे कदे बच्चों के कोलों भी कोई ज़्यादा काम कराए जाते हैं, उन्होंने मजबूरी का, कोई गरीब बच्चा हो उन्होंने मजबूरी का भी फायदा उठाया जाता है। कदे कदे कोई किसी लोगों के विच किसी न किसी तरह की सरीरक तौर पर डिसेबिलिटी हुंदी है कि वो चंगी तरह चल नहीं सकता, जां फिर वो किसी वजह करके वो अपने किसी मंजे बिस्तरे ते पिया होया है, लोग उन्हां दे नाल भी फर्क करते हैं। तो कई बार ये देखा जाता है कि जो असी किसी दूसरी कंट्री के दूसरे देश के जाते हैं, उत्थे मतलब जो साड़ी बोली है, जो साड़ी लैंगुएज होंदी है, उसते नाल भी डिस्क्रिमिनेशन किया जाता है, नैशनैलिटी के नाम भी डिस्क्रिमिनेशन किया जाता है कि कोई बंदा कित्थे जम्मिया है, कि अगर वो किसी कंट्री का नेटिव है या किसी कंट्री की नैशनैलिटी उसके कोल है, उसनू दूसरी कंट्री के लोगों के बराबर की नैशनैलिटी नहीं मिलती। जां फिर तो असी देखते हैं कि ऑक्यूपेशन या फिर जिस तरह आपां भारत के इतिहास में ही लै लीए, इस बारे असी हमेशा ही गल करिया करते हैं कि भारत ही एक इहो जिहा बदकिस्मत देश है जिथे इहो जिहे डिस्क्रिमिनेशनस पाए जाते हैं। आपां सारिआं नूं पता ही है कि हर एक देश दे विच सफाई करने वाले, हर एक देश के जुत्तियां बनाने वाले, हर एक देश के भांडे बनाने वाले, जां
ਫਿਰ ਕਾਰਪੈਂਟਰ ਜਾਂ ਫਿਰ ਹੋਰ ਜੋ ਹੱਥੀਂ ਆਪਣਾ ਕੰਮ ਕਰਦੇ ਹਨ, ਉਹ ਹਰ ਇੱਕ ਦੇਸ਼ ਦੇ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਵਰਕਿੰਗ ਕਲਾਸ ਜਾਂ ਉਹਨਾਂ ਦੇ ਜੋ ਉਹਨਾਂ ਦੀ ਜੌਬ ਹੁੰਦੀ ਹੈ ਜਾਂ ਉਹਨਾਂ ਦੀ ਜੌਬ ਟਾਈਟਲ ਹੁੰਦਾ ਹੈ, ਅਸੀਂ ਉਹਨਾਂ ਕਰਕੇ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਕਿ ਲੋਕ ਕਿੰਨੀ ਮਿਹਨਤ ਕਰਦੇ ਹਨ, ਉਹ ਕਿਸ ਤਰ੍ਹਾਂ ਮਤਲਬ ਉਹ ਕਾਰੋਬਾਰ ਨੂੰ ਕਰਦੇ ਹਨ। ਸਾਡੇ ਦਿਲਾਂ ਦੇ ਵਿੱਚ ਉਹਨਾਂ ਲਈ ਦਇਆ ਆਉਂਦੀ ਹੈ। ਪਰ ਭਾਰਤ ਹੀ ਇੱਕ ਇਹੋ ਜਿਹਾ ਬਦਕਿਸਮਤ ਦੇਸ਼ ਹੈ ਜਿੱਥੇ ਜੋ ਆਦਮੀ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਉਸ ਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਉਸ ਨੂੰ ਪੂਰਾ ਹੱਕ ਨਹੀਂ ਦਿੱਤਾ ਜਾਂਦਾ, ਉਸ ਨੂੰ ਹੱਕਾਂ ਤੋਂ ਵਾਂਝਿਆ ਰੱਖ ਲਿਆ ਜਾਂਦਾ ਹੈ, ਉਸ ਦੀ ਗਰੀਬੀ ਦਾ, ਉਸ ਦੀ ਬਿਮਾਰੀ ਦਾ ਮਜ਼ਾਕ ਉਡਾਇਆ ਜਾਂਦਾ ਹੈ। ਕੀ ਇਹ ਦੁਨੀਆ ਦੇ ਵਿੱਚ ਇਹ ਕੋਈ ਜਾਇਜ਼ ਗੱਲ ਹੈ? ਅਸੀਂ ਇਸ ਦੇ ਬਾਰੇ ਵਿੱਚ ਜਦੋਂ ਅਸੀਂ ਸੋਚਦੇ ਹਾਂ ਤੇ ਫਿਰ ਅਸੀਂ ਇਸ ਚੀਜ਼ ਦਾ ਅਹਿਸਾਸ ਕਰਦੇ ਹਾਂ ਕਿ ਜੋ ਗੁਰੂ ਜੀ ਸਾਨੂੰ ਬਾਣੀ ਵਿੱਚ ਲਿਖ ਕੇ ਗੱਲ ਕਹਿ ਕੇ ਗਏ ਹਨ ਕਿ ਕੀ ਇਹ ਮੁਮਕਿਨ ਹੋ ਸਕਦੀ ਹੈ? ਇਜ਼ ਇਟ ਪੋਸੀਬਲ? ਕਿ ਤੁਹਾਡੇ ਨਾਲ ਵੀ ਕਦੀ ਇਹੋ ਜਿਹੀਆਂ ਗੱਲਾਂ ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹੀ ਕਦੀ ਸੋਚਣੀ ਆਈ ਹੋਵੇਗੀ ਕਿ ਦੁਨੀਆ ਦੇ ਵਿੱਚ ਅੱਜ ਵੀ ਜਾਤ ਦੇ ਨਾਂ 'ਤੇ, ਰੰਗ ਦੇ ਨਾਂ 'ਤੇ, ਜਾਂ ਫਿਰ ਬੋਲੀ ਦੇ ਨਾਂ 'ਤੇ, ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਅੱਜ ਵੀ ਇਹ ਇੱਕ ਡਿਸਕ੍ਰਿਮੀਨੇਸ਼ਨ ਪਾਇਆ ਜਾਂਦਾ ਹੈ। ਕਈ ਕੰਮਾਂ ਦੇ ਵਿੱਚ ਵੀ ਦੇਖੀਏ, ਜਦੋਂ ਕੋਈ ਕਿਸੇ ਕੰਮ ਦਾ ਵਿੱਚ ਜਾਂ ਕੋਈ ਮੈਨੇਜਰ ਜਾਂ ਕਿਸੇ ਹਾਇਰ ਅਥਾਰਟੀ 'ਤੇ ਕੋਈ ਆਦਮੀ ਲੱਗਾ ਹੁੰਦਾ ਹੈ, ਉਹ ਅਕਸਰ ਆਪਣੇ ਤੋਂ ਥੱਲੇ ਵਾਲੇ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਉਹਨਾਂ ਦੇ ਮਾਨ ਸਨਮਾਨ ਨੂੰ ਉਹ ਕਦੇ ਨਾ ਕਦੇ ਉਹ ਇਨਸਲਟਿੰਗ ਵਰਡ ਯੂਜ਼ ਕਰ ਲੈਂਦਾ ਹੈ, ਜਿਸ ਨੂੰ ਆਦਮੀ ਦੀ ਜਿਸ ਤਰ੍ਹਾਂ ਉਹਨੂੰ ਫਰਟਰਨਿਟੀ ਜਾਂ ਉਸ ਵਿੱਚ ਜੋ ਆਪਸੀ ਭਾਈਚਾਰਾ ਹੈ, ਉਸ ਦਾ ਗੌਰਵ, ਉਸ ਦਾ ਮਾਨ ਸਨਮਾਨ ਦੀ ਰੱਖਿਆ ਨਹੀਂ ਕੀਤੀ ਜਾਂਦੀ। ਭਾਵੇਂ ਕੋਰਟ ਕਚਹਿਰੀਆਂ ਨੇ ਇਹਨਾਂ ਦੇ ਅਗੇਂਸਟ ਬਹੁਤ ਸਾਰੇ ਕਾਨੂੰਨ ਬਣਾ ਰੱਖੇ ਹਨ, ਬਹੁਤ ਸਾਰੀਆਂ ਗੱਲਾਂ ਕਰਦੇ ਹਨ, ਬਹੁਤ ਸਾਰੇ ਜਦੋਂ ਅਸੀਂ ਇਕੁਅਲ ਰਾਈਟ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਹਿਊਮੈਨਿਟੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਜਾਂ ਫਿਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ। ਆਜ਼ਾਦੀ ਕਿੱਥੇ ਹੈ? ਕਿਹਨਾਂ ਲੋਕਾਂ ਨੂੰ ਹੈ? ਕੀ ਉਸ ਆਜ਼ਾਦੀ ਦਾ ਜੋ ਅਸਲੀ ਮਤਲਬ ਹੈ ਕਿ ਉਹ ਉਹਨਾਂ ਲੋਕਾਂ ਨੂੰ ਹੈ ਜੋ ਲੋਕ ਬਹੁਤ ਅਮੀਰ ਹੁੰਦੇ ਹਨ, ਜਾਂ ਫਿਰ ਉਹ ਜੋ ਗਰੀਬੀ ਦੀ ਲਾਈਨ 'ਤੇ ਰਹਿ ਰਹੇ ਕਿ ਉਹਨਾਂ ਨੂੰ ਵੀ ਆਜ਼ਾਦੀ ਕਦੇ ਹੁੰਦੀ ਹੈ ਜਾਂ ਮਿਲੂਗੀ? ਆਪਾਂ ਕੋਲ ਲੈਂਦੇ ਹਾਂ। ਹੈਲੋ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ। ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਮੈਂ ਜੀ ਲੇਖਰਾਜ ਵਿਰਦੀ ਵੈਂਬਲੀ ਤੋਂ ਬੋਲ ਰਿਹਾ ਜੀ। ਹਾਂਜੀ ਵਿਰਦੀ ਸਾਹਿਬ ਜੀ, ਸਵਾਗਤ ਹੈ ਤੁਹਾਡਾ। ਅੱਜ ਦੇ ਟੌਪਿਕ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ, ਕੀ ਦਲੀਲ ਦੇਣਾ ਚਾਹੁੰਦੇ ਹੋ ਜੀ? ਤੁਹਾਡਾ ਟੌਪਿਕ ਪਹਿਲਾਂ ਤਾਂ ਤੁਹਾਨੂੰ ਮੈਂ ਵਧਾਈ ਦਿੰਦਾ ਕਿ ਤੁਸੀਂ ਬਹੁਤ ਅੱਛਾ ਟੌਪਿਕ ਲੈ ਕੇ ਆਏ ਆ। ਥੈਂਕ ਯੂ ਜੀ। ਡਿਸਕ੍ਰਿਮੀਨੇਸ਼ਨ ਤਰ੍ਹਾਂ ਦੀ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਆਲਰੇਡੀ ਇੰਟਰੋਡਕਸ਼ਨ ਵਿੱਚ ਕਹਿ ਚੁੱਕੇ ਆ। ਔਰ ਡਿਸਕ੍ਰਿਮੀਨੇਸ਼ਨ ਜੋ ਕੀਤੀ ਜਾਂਦੀ ਹੈ, ਮੇਰਾ ਖਿਆਲ ਹੈ ਤਾਂ ਉਹ ਉਹਨਾਂ ਦੇ ਨਾਲ ਕੀਤੀ ਜਾਂਦੀ ਹੈ ਜਿਹੜੇ ਕਿ ਕਮਜ਼ੋਰ, ਜਿਸ ਤਰ੍ਹਾਂ ਸਮਝੋ ਕਿ ਤੁਸੀਂ ਮੇਰੇ ਤੋਂ ਵੱਡੇ ਆ, ਲੰਮੇ ਚੌੜੇ ਆ, ਔਰ ਮੈਂ ਤੁਹਾਨੂੰ ਕਮਜ਼ੋਰ ਹੈ, ਤਾਂ ਤੁਸੀਂ ਮੋਸਟ ਲਾਈਕਲੀ ਡਿਸਕ੍ਰਿਮੀਨੇਸ਼ਨ ਕਰਨ ਵਾਲੇ ਤੁਸੀਂ ਹੋਵੋਗੇ, ਨਾ ਕਿ ਮੈਂ ਹੋਵਾਂਗਾ। ਸੋ ਜਿਸ ਤਰ੍ਹਾਂ ਫੈਮਿਲੀ ਦੇ ਵਿੱਚ ਦੇਖਿਆ ਜਾਵੇ ਤੇ ਆਪਣੇ ਫੈਮਿਲੀਜ਼ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦਾ ਆ ਕਿ ਬਿਟਵੀਨ ਹਸਬੈਂਡ ਐਂਡ ਵਾਈਫ। ਹਾਂਜੀ, ਔਰ ਉਹ ਸਿਰਫ ਇਸੇ ਕਰਕੇ ਬਿਕੋਜ਼ ਉਹ ਦ ਵਾਈਫ ਇਜ਼ ਜਨਰਲੀ ਕਿ ਉਹ ਥੋੜ੍ਹੇ ਕਮਜ਼ੋਰ ਹੁੰਦੇ ਆ। ਮੈਂ ਤੁਹਾਨੂੰ ਆਪਣੀ ਥੋੜ੍ਹੀ ਜਿਹੀ ਮਿਸਾਲ ਦਿੰਦਾ ਹੈ ਕਿ ਤੁਸੀਂ ਕਿਹਾ ਕਿ ਨਾ ਲਾਈਫ ਐਕਸਪੀਰੀਅੰਸ ਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਅਸੀਂ ਛੋਟੇ, ਮੈਂ 12 ਸਾਲਾਂ ਤੋਂ ਸੀ ਜਦੋਂ ਇੰਗਲੈਂਡ ਵਿੱਚ ਆਏ ਜੀ, ਤੇ ਅਸੀਂ ਪਿੰਡ ਦੇ ਵਿੱਚ ਜਦੋਂ ਵੀ ਦੁਕਾਨ ਵਿੱਚ ਜਾਈਦਾ ਸੀਗਾ, ਮੇਨਲੀ ਉੱਥੇ ਦੁਕਾਨਾਂ ਹੁੰਦੀਆਂ ਸੀਗੀਆਂ ਪੰਡਤਾਂ ਦੀਆਂ ਜਾਂ ਜ਼ਿਮੀਂਦਾਰਾਂ ਦੀਆਂ। ਆਪਣੀਆਂ ਤਾਂ ਉੱਥੇ ਕੋਈ ਹੋ ਸਕਦਾ ਹੈ ਕਿ ਹੋਏਗੀ, ਪਰ ਸਾਡੇ ਪਿੰਡ ਵਿੱਚ ਉਸ ਵੇਲੇ ਨਹੀਂ ਸੀਗੀ। ਜਦੋਂ ਅਸੀਂ ਦੁਕਾਨ ਨੂੰ ਜਾਈਦਾ ਸੀਗਾ ਕਿ ਉੱਥੇ ਕੋਈ ਵੀ ਚੀਜ਼ ਲਈਦੀ ਸੀਗੀ, ਉੱਥੇ ਇੱਕ ਪੀਪਾ ਜਿਹਾ ਹੁੰਦਾ ਸੀਗਾ ਸਾਈਡ ਡੋਰ ਦੇ ਵਿੱਚ ਹੀ, ਦਰਵਾਜ਼ੇ ਦੇ ਨਾਲ ਹੀ ਜੀ। ਉਹ ਪੰਡਤ ਨੇ ਸਾਨੂੰ ਕਹਿਣਾ ਕਿ ਇੱਥੇ ਰੱਖ ਦਿਓ ਪੈਸੇ ਇੱਥੇ ਰੱਖ ਦਿਓ। ਅਸੀਂ ਚੀਜ਼ ਲੈਣੀ, ਚੀਜ਼ ਵੀ ਉਹਨੇ ਉੱਥੇ ਰੱਖ ਦੇਣੀ, ਅਸੀਂ ਚੀਜ਼ ਚੁੱਕਣੀ, ਪੈਸੇ ਉੱਥੇ ਰੱਖ ਕੇ ਉਹਨੇ ਪੈਸੇ ਚੁੱਕ ਲੈਣੇ। ਪੈਸਿਆਂ ਨੂੰ ਵੀ ਸਾਡਾ ਹੱਥ ਲੱਗਾ ਆ, ਮਗਰ ਪੈਸੇ ਉਹਨੇ ਚੁੱਕ ਲੈਣੇ, ਮਗਰ ਜਿਹੜੀ ਪੀਪੀ ਜੇ ਹੁੰਦੀ ਸੀਗੀ, ਪੀਪੀ ਦੇ ਉੱਤੇ ਉਹਨੇ ਆਪਣੇ ਟੱਲੀ ਫੜੀ ਹੁੰਦੀ ਸੀਗੀ, ਉਹ ਟੱਲੀ ਨਾਲ ਸਾਫ਼ ਕਰਨੀ। ਪੈਸਾ ਨਹੀਂ ਉਹਨੇ ਸਾਫ਼ ਕੀਤਾ, ਟੱਲੀ ਨਾਲ ਉਹਨੇ ਪੀਪੀ ਜ਼ਰੂਰ ਸਾਫ਼ ਕੀਤੀ। ਖੈਰ ਚਲੋ ਜੀ, ਅਸੀਂ ਫਿਰ ਇੱਧਰ ਆ ਗਏ। ਜਦੋਂ ਵਾਪਸ ਗਏ ਥੋੜ੍ਹੀ ਦੇਰ ਤਾਂ ਨਹੀਂ, ਕਾਫੀ ਦੇਰ ਬਾਅਦ ਮੈਨੂੰ ਉਹਨਾਂ ਦੇ ਨਾਲ ਕੋਈ ਜਾਣ ਪਛਾਣ ਵੀ ਨਹੀਂ ਸੀਗਾ। ਇੱਕ ਦਿਨ ਅਸੀਂ ਗਏ ਤਾਂ ਦਰਵਾਜ਼ਾ ਖੜਕਿਆ ਬਾਹਰ, ਤੇ ਡੈਡੀ ਹੋਈ ਮੈਨੂੰ ਆਵਾਜ਼ ਮਾਰੀ ਕਿ ਕਾਕਾ ਇੱਧਰ ਆਏ ਜਰਾ।
ਤੇ ਮੈਂ ਕਿਹਾ ਕਿ ਮੈਂ ਦੂਰੋਂ ਮੈਂ ਦੇਖਿਆ ਬੰਦਾ, ਪਰ ਮੈਂ ਪਛਾਣਿਆ ਨਹੀਂ ਕਿਉਂਕਿ ਬਜ਼ੁਰਗ ਸੀ, ਸਿਆਣਾ ਹੋਇਆ ਸੀ। ਤੇ ਜਦੋਂ ਮੈਂ ਉਹਦੇ ਕੋਲ ਗਿਆ ਤਾਂ ਡੈਡੀ ਨੂੰ ਕਹਿੰਦੇ ਕਿ ਇਹਨਾਂ ਨੂੰ ਪਛਾਣਿਆ? ਮੈਂ ਕਿਹਾ ਨਹੀਂ ਜੀ। ਤੇ ਪੰਡਤ ਮੇਰੇ ਮੂਹਰੇ ਹੱਥ ਜੋੜ ਕੇ ਖੜਾ ਸੀ। ਹਾਂਜੀ, ਮੈਨੂੰ ਕਹਿੰਦਾ ਕਿ ਨਮਸਕਾਰ ਕਰਨ ਲੱਗਾ, ਜਿਹੜਾ ਕਿ ਉਹਨੇ ਜ਼ਿੰਦਗੀ ਵਿੱਚ ਕਦੀ ਨਹੀਂ ਸੀ ਕੀਤਾ। ਲੇਖ ਰਾਜ ਵਿਰਦੀ ਸੀ ਨਾ, ਇਸ ਵੇਲੇ ਵਕੀਲ ਸੀ, ਇਸ ਕਰਕੇ ਨਮਸਕਾਰ ਕਰ ਰਿਹਾ ਸੀ। ਜੋ ਵੀ ਹੈ ਪਤਾ ਨਹੀਂ। ਹਾਂਜੀ, ਤੇ ਫਿਰ ਡੈਡੀ ਨੂੰ ਦੱਸਿਆ ਕਿ ਇਹ ਉਹ ਪੰਡਤ, ਉਹਨਾਂ ਦੀ ਜਿਹੜੀ ਦੁਕਾਨ ਹੁੰਦੀ ਸੀ ਨਾ, ਤੇ ਮੈਂ ਪੰਡਤ ਮੂਹਰੇ ਹੱਥ ਜੋੜਿਆ। ਮੈਂ ਕਿਹਾ ਜੀ ਨਮਸਕਾਰ ਹੈ ਜੀ, ਮੈਂ ਕਿਹਾ ਜੈ ਗੁਰਦੇਵ ਜੀ। ਤੇ ਉਹ ਮੇਰੇ ਆ ਕੇ ਜੱਫੀ ਪਾ ਲਈ ਜੀ। ਹਾਂਜੀ, ਮੇਰੇ ਦਿਲ ਵਿੱਚ ਬਹੁਤ ਆਇਆ ਕਿ ਮੈਂ ਇਹਨੂੰ ਕਹਾਂ ਕਿ ਪੰਡਤ ਜੀ ਕਿਹਨੂੰ ਤੁਸੀਂ ਹੱਥ ਲਾ ਰਹੇ ਆ, ਕਿਹਨੂੰ ਜੱਫੀ ਪਾ ਰਹੇ ਆ, ਤੇ ਯਾਦ ਕਰੋ ਕਿ ਉਹ ਜ਼ਮਾਨਾ ਜਦੋਂ ਕਿ ਤੁਸੀਂ ਸਾਡਾ ਪੈਸਾ ਚੁੱਕ ਕੇ ਟੱਲੀ ਦੇ ਨਾਲ ਤੁਸੀਂ ਉਹ ਪੀਪੀ ਸਾਫ਼ ਕਰਦੇ ਹੁੰਦੇ ਸੀਗੇ ਜੀ, ਵਾਇਰਸ ਨਾ ਲੱਗ ਜਾਵੇ। ਐਗਜ਼ੈਕਟਲੀ। ਸੋ ਉਹ ਮਤਲਬ ਕਿ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਨਾ ਸ਼ੁਰੂ ਦੇ ਵਿੱਚ ਕਿ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਕਰਦੇ ਆ ਕਿ ਜਿਹੜੇ ਕਿ ਥੋੜੇ ਜਿਹੇ ਕਮਜ਼ੋਰ ਹੋਣ ਜੀ। ਔਰ ਉਸ ਵੇਲੇ ਫਿਰ ਪੰਡਤ ਨੇ ਜਦੋਂ ਮੈਂ ਕਿਹਾ ਕਿ ਮੈਂ ਕਿਹਾ ਪਛਾਣਿਆ ਨਹੀਂ ਮੈਂ ਤੁਹਾਨੂੰ, ਤੇ ਮੈਂ ਦੱਸਿਆ ਕਿ ਡੈਡੀ ਨੂੰ ਕਹਿੰਦੇ ਕਿ ਵਕੀਲ ਹੈ ਜੀ। ਤੇ ਫਿਰ ਹੱਥ ਜੋੜ ਤੇ ਮੈਂ ਕਿਹਾ ਕਿ ਹੱਥ ਨਾ ਜੋੜੋ ਪੰਡਤ ਜੀ, ਮੈਂ ਬੱਚਾ, ਤੁਹਾਡਾ ਬੱਚਾ ਜਿੱਦਾਂ ਉੱਦਾਂ ਸੀਗਾ ਉਸ ਵੇਲੇ, ਉੱਦਾਂ ਜੋ ਵੀ ਸੀਗੇ ਹਾਲਾਤ ਹੋ ਡਿਫਰੈਂਟ ਸੀਗੇ, ਹੁਣ ਡਿਫਰੈਂਟ ਹਾਲਾਤ ਹੈ, ਬਟ ਕਾਫੀ ਉਹਨੇ ਸਿਰ ਝੁਕਾ ਲਿਆ, ਜਿੱਦਾਂ ਕਿ ਸ਼ਰਮਾਉਣ ਵਾਲੀ ਗੱਲ ਹੁੰਦੀ ਹੈ। ਇਹ ਤਾਂ ਆਦਮੀ ਤੇ ਡਿਪੈਂਡ ਹੁੰਦਾ। ਡਿਸਕ੍ਰਿਮੀਨੇਸ਼ਨ ਜ਼ਰੂਰੀ ਨਹੀਂ ਕਿ ਜਾਤ ਪਾਤ ਨਾਲ ਹੀ ਹੁੰਦੇ ਆ, ਕਿਉਂਕਿ ਸਾਡੇ ਵੀ ਦੋਸਤ ਸੀਗੇ, ਸਾਡੇ ਪੰਡਤ ਬੱਚੇ ਹੁੰਦੇ, ਤੁਹਾਨੂੰ ਪਤਾ ਕਿ ਉਸ ਵੇਲੇ ਕੋਈ ਜਾਤ ਪਾਤ ਦਾ ਕੋਈ ਇੰਨਾ ਖਾਸ ਨਹੀਂ ਸੋਚਦਾ, ਸਿਰਫ ਉਹੀ ਸੋਚਦੇ ਜਿਨ੍ਹਾਂ ਨੂੰ ਕਿ ਮਾਂ ਬਾਪ ਨੇ ਜ਼ਿਆਦਾ ਦੱਸਿਆ ਹੋਵੇ ਕਿ ਉਹ ਇਹ ਆ ਜਾਂ ਫਲਾਨਾ ਆ, ਏਦਾਂ ਨਹੀਂ ਕਰਨਾ, ਓਦਾਂ ਨਹੀਂ ਕਰਨਾ, ਉਹਦੇ ਨਾਲ ਨਹੀਂ ਜਾਣਾ ਹੈ ਜੀ। ਤੇ ਬਾਕੀ ਆਈ ਗੱਲ ਉੱਥੋਂ ਇੰਡੀਆ ਦੇ ਵਿੱਚ ਤਾਂ ਹੈ ਹੀ ਹੈ, ਉਹ ਤਾਂ ਕੋਈ ਡਾਊਟ ਨਹੀਂ ਗੀ, ਹਾਲੇ ਵੀ ਚੱਲਦੀ ਆ। ਔਰ ਤੁਸੀਂ ਦੇਖ ਰਹੇ ਆ, ਤੁਹਾਨੂੰ ਵੀ ਪਤਾ ਆ ਜਗ੍ਹਾ ਜਗ੍ਹਾ ਤੇ ਸਾਡੇ ਕੌਮ ਦੇ ਲੋਕਾਂ ਨਾਲ ਕੀ ਹੋ ਰਿਹਾ ਆ, ਸਾਡੀਆਂ ਜਨਾਨੀਆਂ ਨਾਲ, ਬੇਟੀਆਂ ਨਾਲ, ਬੱਚੀਆਂ ਨਾਲ ਕੀ ਹੋ ਰਿਹਾ ਆ। ਤੇ ਉਹ ਤਾਂ ਇੰਡੀਆ ਦੇ ਵਿੱਚ ਤਾਂ ਹੈ ਹੀ ਹੈ, ਉੱਥੇ ਤਾਂ ਬਹੁਤ ਦੇਰ ਲੱਗੇਗੀ ਮੇਰਾ ਖਿਆਲ ਕਿ ਇਹਨੂੰ ਜਿੱਦਾਂ ਕਹਿੰਦੇ ਓਵਰਟਰਨ ਕਰਨ ਵਾਸਤੇ। ਉਹ ਤਾਂ ਪੜ੍ਹਾਈ ਦੀ ਲੋੜ ਆ, ਆਪਣੇ ਜਿਹਦੇ ਬੱਚੇ ਜਿਹੜੇ ਹੈ ਉਹਨਾਂ ਨੂੰ ਐਮਪਾਵਰ ਕਰਨ ਦੀ ਲੋੜ ਹੈ। ਜਿਉਂ-ਜਿਉਂ ਹੁੰਦੇ ਆ ਉਹ ਕਾਫੀ ਅੱਗੇ ਵੱਧ ਰਹੇ ਆ, ਉਹ ਅੱਗੇੋਂ ਉਹਨਾਂ ਦਾ ਮੁਕਾਬਲਾ ਕਰ ਰਹੇ ਆ, ਤੇ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਅੱਗੇ ਜਿੱਦਾਂ ਪਹਿਲਾਂ ਹੁੰਦੀ ਸੀਗੀ ਉਸ ਤਰ੍ਹਾਂ ਨਹੀਂ ਹੈ। ਜਿੱਦਾਂ ਕਹਿੰਦੇ ਨਾ ਕਿ ਸੀਕ੍ਰੇਟਲੀ ਵੀ ਤਾਂ ਹਾਲੇ ਵੀ ਹੈ, ਚੱਲ ਰਹੀ ਹੈ ਜਿੱਦਾਂ ਪਹਿਲਾਂ ਚੱਲਦੀ ਸੀਗੀ, ਮਗਰ ਜੋ ਜਿੱਦਾਂ ਕਿ ਸਮਝੋ ਕਿ ਐਗਜ਼ਾਮਪਲ ਦੇ ਰਿਹਾ ਮੈਂ ਕਿ ਮੇਰਾ ਭਤੀਜਾ ਇੱਥੇ ਹਰਿਆਣਾ ਦੇ ਵਿੱਚ ਉਹਦੀ ਕਾਫੀ ਹਾਈ ਪੋਸਟ ਹੈ, ਇਲੈਕਟ੍ਰੀਕਲ ਡਿਪਾਰਟਮੈਂਟ ਵਿੱਚ ਉਹ ਹੈਡ ਆਫ ਡਿਪਾਰਟਮੈਂਟ ਹੈ, ਤੇ ਉਹਦੇ ਅੱਗੇ ਉਹਦੇ ਸਾਰੇ ਸਿਰ ਝੁਕਾਉਂਦੇ ਆ। ਪਿੱਛੋਂ ਜਿਸ ਤਰ੍ਹਾਂ ਜੋ ਚਲੇ ਜਾਂਦਾ, ਉਹ ਇੱਕ ਦਿਨ ਗੱਲ ਕਰ ਰਿਹਾ ਸੀ ਕਿ ਚਾਚਾ ਜੀ ਕਿ ਮੇਰੇ ਮੋਹਰੇ ਤੇ ਬੇਸ਼ੱਕ ਮੈਨੂੰ ਸਲਾਮ ਕਰਦੇ ਫਿਰਦੇ ਆ, ਮੈਨੂੰ ਪਤਾ ਕਿ ਪਿੱਛੋਂ ਇਹ ਕੀ ਕਹਿੰਦੇ ਆ। ਹਾਂਜੀ, ਤੇ ਅਸੀਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ, ਤੇ 2-3 ਮਹੀਨੇ ਪਹਿਲਾਂ ਦੀ ਇੱਧਰ ਇੱਕ ਸੈਂਸਸ ਗਰੁੱਪ ਸ਼ੁਰੂ ਹੋਇਆ ਕੀਤਾ ਆ ਕਿ ਇਸੇ ਕਰਕੇ ਕਿ ਸਾਨੂੰ ਇੱਧਰ ਡਿਸਕ੍ਰਾਈਬ ਕਰਨਾ ਚਾਹੀਦਾ ਆਪਣਾ, ਇਹ ਨਹੀਂ ਕਿ ਅਸੀਂ ਲਿਖਦੇ ਕਿ ਅਸੀਂ ਸਿੱਖ ਰਵਿਦਾਸੀ ਹਾਂ, ਕਿਉਂਕਿ ਉਹਦੇ ਵਿੱਚ 2 ਕਾਲਮ ਆਉਂਦਾ, ਇੱਕ ਆਉਂਦਾ ਰਿਲੀਜਨ ਦਾ, ਇੱਕ ਆਉਂਦਾ ਆ ਤੁਹਾਡੀ ਐਥਨਿਕ ਓਰੀਜਨ ਦਾ। ਤੇ ਉਹ ਸਾਡੇ ਭਤੀਜੇ ਨੇ ਇਸ ਤਰ੍ਹਾਂ ਕੀਤਾ, ਕਹਿੰਦਾ ਹੁਣ ਚਾਚਾ ਜੀ ਮੈਂ ਪਹਿਲਾਂ ਲਿਖਿਆ ਹੁੰਦਾ, ਉਹ ਲਿਖਦੇ ਹੁੰਦੇ ਸੀ ਪਹਿਲਾਂ ਲక్ష్మణ ਵਿਰਦੀ ਹੈ ਜੀ ਸਰਦਾਰ, ਉਹਨੇ ਸਰਦਾਰ ਕੱਟ ਕੇ ਲక్ష్మణ ਵਿਰਦੀ ਰਵਿਦਾਸੀਆ। ਕਹਿੰਦਾ ਕਿ ਇਹਨੂੰ ਪਤਾ ਲੱਗੇ ਕਿ ਜਦ ਅਗਰ ਮੇਰੇ ਏਦਾਂ ਗੱਲਾਂ ਕਰਦੇ ਆ ਮੇਰੇ ਸਾਹਮਣੇ ਕਰਨ, ਹਾਂਜੀ ਲੁਕਾਉਣ ਵਾਲੀ ਕਹਿੰਦਾ ਗੱਲ ਨਹੀਂ ਗੀ। ਪਰ ਪ੍ਰੋਬਲਮ ਇਹ ਆ ਕਿ ਪਹਿਲਾਂ ਸਾਰਿਆਂ ਨੂੰ ਉੱਧਰ ਇੰਡੀਆ ਦੇ ਵਿੱਚ ਡਰਨਾ ਪੈਂਦਾ ਹੈ, ਥੋੜ੍ਹਾ ਜਿਹਾ ਸਿਰ ਝੁਕਾਉਣਾ ਪੈਂਦਾ ਹੈ, ਕਿਉਂਕਿ ਜਿੰਨੀ ਦੇਰ ਉਹ ਆਪਣੇ ਆਪ ਕਿਸੇ ਸਟੇਜ ਤੇ ਨਹੀਂ ਪਹੁੰਚਦੇ ਉਨੀ ਦੇਰ ਉਹਨਾਂ ਨੂੰ ਵੀ ਸੋਚਣਾ ਪੈਂਦਾ ਹੈ ਕਿ ਅਗਰ ਮੈਂ ਇਹ ਕਰਾਂਗਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਜਾਤ ਇਹ ਆ, ਤੇ ਉਹਨੇ ਜਿਹੜਾ ਮੇਰਾ ਕਿ ਪ੍ਰਮੋਸ਼ਨ ਐਰਾ ਵਗੈਰਾ ਜੋ ਹੈਗਾ ਆ ਉਹ ਰੋਕ ਦੇਣਾ, ਜਾਂ ਕਿ ਸਟਾਪ ਕਰ ਦੇਣਾ, ਡਿਲੇ ਕਰ ਦੇਣਾ, ਜੋ ਵੀ ਹੈਗਾ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ। ਇਹ ਤੁਹਾਨੂੰ ਪਤਾ ਹੀ ਹੈ, ਅਕਸਰ ਏਦਾਂ ਹੁੰਦਾ ਆ। ਆਪਾਂ ਵੀ ਸੁਣਦੇ ਆ ਜਿਹੜੇ ਦਿੱਲੀ ਦੇ ਵਿੱਚ ਵੀ ਜਾਂ ਹੋਰ ਬਹੁਤ ਸਾਰੇ ਹਾਈ ਪੋਸਟਾਂ ਤੇ ਲੱਗੇ ਹੋਏ ਆ, ਉਹਨਾਂ ਨੂੰ ਇਸੇ ਵਜ੍ਹਾ ਕਰਕੇ ਕਈ ਵਾਰੀ ਉਹ ਆਪਣੀ ਕਾਸਟ ਜਾਂ ਆਪਣੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਪਣੀ ਬੈਕਗਰਾਊਂਡ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਆ। ਏਦਾਂ ਹੀ ਹੈ ਜੀ, ਬਿਲਕੁਲ ਬਿਲਕੁਲ। ਥੈਂਕ ਯੂ ਵਿਰਦੀ ਸਾਹਿਬ। ਇੱਕ ਮੈਂ ਤੁਹਾਡੇ ਕੋਲ ਹੋਰ ਕੁਐਸਚਨ ਪੁੱਛਣਾ ਵਾਈਲ ਯੂ ਆਰ ਔਨ ਦ ਲਾਈਨ ਜੀ, ਕਿਉਂਕਿ ਕੀ ਇਹ ਸਾਡੀ
ਭਾਰਤ ਦਾ ਦੁਨੀਆ ਦੇ ਵਿੱਚ ਤਰੱਕੀ ਨਹੀਂ ਕਰਨੀ, ਪਿੱਛੇ ਰਹਿ ਜਾਣਾ, ਕਿ ਉਹਦੀ ਇਹੀ ਵਜ੍ਹਾ ਹੈ ਕਿ ਅਸੀਂ ਯੂਰਪੀਅਨ ਕੰਟਰੀ ਤੋਂ ਜ਼ਿਆਦਾ ਪਿੱਛੇ ਰਹੇ ਹਾਂ, ਕਿਉਂਕਿ ਸਾਡੀ ਇਹਨਾਂ ਗੱਲਾਂ ਦੇ ਵਿੱਚ ਹੀ ਰਹਿ ਕੇ ਅਸੀਂ ਇੱਕ ਦੂਸਰੇ ਨਫ਼ਰਤ ਦੇ ਵਿੱਚ ਰਹਿ ਕੇ ਪਿੱਛੇ ਰਹਿ ਜਾਂਦੇ ਹਾਂ। ਕੀ ਇਹ ਗੱਲ ਸਹੀ ਹੈ? ਇਹ ਸਾਡੀ ਕੌਮ ਦੀ ਕਮਜ਼ੋਰੀ ਨਹੀਂ ਜੀ। ਇਹ ਅਗਰ ਇਹ ਅਪਲਾਈ ਹੋ ਰਿਹਾ ਹੈ ਤੇ ਇਹ ਤੁਹਾਡੀ ਸਟੇਟਮੈਂਟ ਪੂਰੀ ਓਵਰਆਲ ਇੰਡੀਆ, ਸਾਰਾ ਇੰਡੀਆ ਨੂੰ ਅਪਲਾਈ ਹੋ ਰਿਹਾ ਹੈ, ਪੂਰੀ ਇੰਡੀਆ ਨੂੰ। ਅਗਰ ਤੁਸੀਂ ਆਲ ਇੰਡੀਆ ਦੀ ਗੱਲ ਕਰਦੇ ਆ ਤੇ ਮੈਂ ਤੁਹਾਡੇ ਨਾਲ ਇਹ ਗੱਲ ਮੰਨਦਾ ਹਾਂ ਕਿ ਜੋ ਤਰੱਕੀ ਦੀ ਤੁਸੀਂ ਗੱਲ ਕੀਤੀ, ਕਿਉਂਕਿ ਸਾਡੇ ਬੱਚੇ ਇਹ ਨਹੀਂ ਕਿ ਚਮਾਰ ਜਾਤ ਦੇ ਹੋਣ, ਬਾਰਮੀਕੀ ਦੀ ਜਾਤ ਦੇ ਹੋਣ, ਜੇ ਕੋਈ ਵੀ ਨੀਚ ਜਿਹਨੂੰ ਕਹਿੰਦੇ ਕਿ ਦਲਿਤ ਵਰਡ, ਮੈਂ ਸੌਰੀ ਕਿ ਮੈਂ ਦਲਿਤ ਵਰਡ ਯੂਜ਼ ਕਰ ਰਿਹਾ, ਮੈਨੂੰ ਇਹਦੇ ਨਾਲ ਬਹੁਤ ਨਫ਼ਰਤ ਹੈ, ਕਿਉਂਕਿ ਇਹ ਹੈਗਾ, ਇਹਦਾ ਮਤਲਬ ਹੈਗਾ ਕਿ ਡਾਊਨ ਟ੍ਰੋਡਨ, ਕਿ ਬਿਲਕੁਲ ਗਿਰੇ ਅਸੀਂ ਗਿਰੇ ਨਹੀਂ। ਅਗਰ ਸਾਨੂੰ ਓਪਰਚੁਨਿਟੀ ਮਿਲਦੀ ਹੈ, ਫਿਰ ਦੇਖੋ ਮੈਂ ਵਕੀਲ ਹਾਂ, ਇਹ ਪ੍ਰਮਾਤਮਾ ਦੀ ਦਇਆ, ਸਾਡੇ ਪ੍ਰਮਾਤਮਾ, ਮੇਰਾ ਪਹਿਲਾ ਪ੍ਰਮਾਤਮਾ ਮੇਰੇ ਮਾਂ-ਬਾਪ ਹੈ, ਬਿਲਕੁਲ, ਕਿਉਂਕਿ ਉਹਨਾਂ ਨੇ ਮੈਨੂੰ ਸਿਖਾਇਆ ਔਰ ਉਹਨਾਂ ਦੇ ਕਾਰਨ ਅਸੀਂ ਥੋੜ੍ਹੇ ਪੜ੍ਹਾਈ ਸ਼ੁਰੂ ਕਰ ਦਿੱਤੀ, ਅੱਗੇ ਮਿਹਨਤ ਕੀਤੀ, ਮਤਲਬ ਕਿ ਓਪਰਚੁਨਿਟੀ ਮਿਲੇ। ਕਿਉਂ ਇੰਡੀਆ ਦੇ ਵਿੱਚ ਹੁੰਦੇ ਤਾਂ ਇੰਡੀਆ ਦੇ ਵਿੱਚ ਸਾਡੇ ਡੈਡੀ ਹੋਣੀ ਜਿਸ ਤਰ੍ਹਾਂ ਫੋਰ ਇੰਸਟੈਂਸ ਉਹ ਲੱਕੀ ਸੀਗੇ, ਕਿਉਂਕਿ ਉਹਨਾਂ ਡਾਕਟਰ ਅੰਬੇਦਕਰ ਸਾਹਿਬ ਨੇ ਸਾਡੇ ਲਈ ਰਿਜ਼ਰਵੇਸ਼ਨ ਲਿਆ ਦਿੱਤੀ, ਹਾਂਜੀ, ਔਰ ਰਿਜ਼ਰਵੇਸ਼ਨ ਦੇ ਨਾਲ ਸਾਡੇ ਡੈਡੀ ਉਹਨਾਂ ਨੂੰ ਚੰਗਾ ਕੰਮ, ਨੌਕਰੀ ਮਿਲ ਗਈ ਸੀਗੀ ਗੌਰਮੈਂਟ ਤੇ, ਕਾਫੀ ਅੱਛਾ ਪੋਸਟ ਸੀ। ਤੇ ਉਸ ਦੇ ਨਾਲ ਜਿਨ੍ਹਾਂ ਨੂੰ ਓਪਰਚੁਨਿਟੀ ਮਿਲਦੀ ਆ ਉਹ ਤਾਂ ਅੱਗੇ ਕਾਫੀ ਅੱਗੇ ਆ ਰਹੇ ਆਪਣੇ ਬੱਚੇ। ਪਰ ਪ੍ਰੋਬਲਮ ਆਉਂਦਾ ਕਿ ਉਹ ਸਰਟਨ ਲੈਵਲ ਤੱਕ ਸਿਰਫ ਜਿਹੜੇ ਰਿਜ਼ਰਵੇਸ਼ਨ ਹੈ ਨਾ, ਕਿ ਉਹ ਸਾਰੇ ਥਰੂ ਆਊਟ ਨਹੀਂ ਹੈ। ਸੋ ਉਹ ਜਿਹੜੇ ਉੱਪਰ ਆ, ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਮਿਸਾਲ ਦਿੰਦਾ ਕਿ ਦੇਖੋ ਇਹ ਸਭ ਕੁਛ ਮਿਕਸ ਅਪ ਹੋ ਰਿਹਾ ਹੈ। ਹੁਣ ਜੁਡੀਸ਼ਰੀ ਦੇਖੋ, ਜੁਡੀਸ਼ਰੀ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਇੰਡੀਆ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਛੋਟੇ ਕੋਰਟਾਂ ਦੇ ਵਿੱਚ ਚਲੋ ਗੱਲ ਛੱਡੋ, ਸੁਪਰੀਮ ਕੋਰਟ ਦੇ ਵਿੱਚੋਂ ਮੇਰੇ ਖਿਆਲ ਜੱਜ ਦਾ ਨਾਂ ਗੋਗੋਈ, ਸੁਪਰੀਮ ਕੋਰਟ ਦਾ ਮਿਸਟਰ ਜਸਟਿਸ ਗੋਗੋਈ ਸੀ, ਜਿਹੜੇ ਕਿ ਅੱਜ ਬੀਜੇਪੀ ਦੇ MP ਹੈ। ਉਹ ਲਾਸਟ ਈਅਰ ਰਿਟਾਇਰ ਹੋਏ, ਰਿਟਾਇਰ ਹੋਣ ਤੋਂ ਬਾਅਦ ਇਮੀਡੀਏਟਲੀ ਬੀਜੇਪੀ ਦੇ MP ਬਣ ਗਏ। ਤੁਸੀਂ ਮੈਨੂੰ ਦੱਸੋ ਕਿ ਕੀ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹ ਪਹਿਲਾਂ ਹੀ ਬਾਇਸਡ ਸੀਗੇ ਜਦੋਂ ਬੈਠੇ ਸੀ? ਅਗਰ ਉਹਨਾਂ ਦੇ ਪੋਲੀਟੀਕਲ ਜਿੱਦਾਂ ਕਹਿੰਦੇ ਅਲੀਜੈਂਸ ਜਾਂ ਕਹਿ ਲਓ ਕਿ ਲੀਨਿੰਗ ਸਿਰਫ ਬੀਜੇਪੀ ਵੱਲ ਸੀਗੀ, ਤਾਂ ਤੁਹਾਡਾ ਕੀ ਖਿਆਲ ਹੈ ਕਿ ਉਹ ਜਦੋਂ ਉਹ ਜੱਜਮੈਂਟ ਵਗੈਰਾ ਦਿੰਦੇ ਸੀ, ਜਾਂ ਜਦੋਂ ਪ੍ਰਮੋਸ਼ਨ ਵਗੈਰਾ ਦੀ ਗੱਲ ਆਉਂਦੀ ਸੀਗੀ, ਜਾਂ ਜਦੋਂ ਹੋਰ ਵੀ ਕਿਸੇ ਨੂੰ ਅੱਗੇ ਆਉਣ ਦੀ ਕੋਈ ਵੀ ਗੱਲ ਆਉਂਦੀ ਸੀਗੀ, ਤਾਂ ਕੀ ਤੁਹਾਡਾ ਖਿਆਲ ਹੈ ਕਿ ਉਹ ਉਸ ਵੇਲੇ ਇਹ ਨਹੀਂ ਸੀ ਸੋਚਦੇ ਹੋਣਗੇ ਕਿ ਇਹ ਤਾਂ ਨੀਚ ਜਾਤ ਦਾ ਆਇਆ, ਜਾਂ ਕਿ ਕੋਈ ਜਿਸ ਤਰ੍ਹਾਂ ਵੀ ਸਮਝ ਲਓ ਹੈ ਜੀ। ਸੋ ਮਤਲਬ ਮੇਰੇ ਕਹਿਣ ਦਾ ਕਿ ਸਾਡੀ ਇਹ ਇਨਬਿਲਟ ਆ। ਤੁਹਾਡੀ ਗੱਲ ਬਿਲਕੁਲ ਠੀਕ ਆ, ਕਿਉਂਕਿ ਇਹ ਇਨਬਿਲਟ ਜਿੰਨੀ ਦੇਰ ਇੰਡੀਆ ਦੇ ਵਿੱਚੋਂ ਇਹ ਡਿਸਕ੍ਰਿਮੀਨੇਸ਼ਨ ਨਹੀਂ ਜਾਂਦੀ, ਜਿੰਨੀ ਦੇਰ ਸਾਡੇ ਸਾਰੇ ਇੰਡੀਆ ਨੂੰ ਇਹ ਜਾਗਰੂਕਤਾ ਨਹੀਂ ਆਉਂਦੀ ਕਿ ਸਾਡੇ ਲੋਕ ਇੱਥੇ ਜਿਹੜਾ ਕਿ ਇੰਟੈਲੈਕਚੁਅਲ ਵਗੈਰਾ ਇੰਡੀਆ ਦੇ ਵਿੱਚ ਹੈ, ਉਹ ਦੇਖੋ ਕਿੰਨੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਆ। ब्रेन ड्रेन जो है ना, बिगेस्ट ब्रेन ड्रेन इन द होल वर्ल्ड इज फ्रॉम इंडिया। इंडिया ਹੁਣ ਤੱਕ ਬਹੁਤ ਅੱਗੇ ਆ ਗਏ ਆ। 40 ਸਾਲ ਪਿੱਛੇ ਦੇਖੋ ਤੁਸੀਂ ਮੇਰੇ ਖਿਆਲ ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਉਸ ਵੇਲੇ ਹੁੰਦੇ ਸੀ ਸਪੀਕਰਸ, ਹੁੰਦੇ ਸੀ ਸਟੈਰੀਓ ਸਿਸਟਮ, ਹੁੰਦੇ ਸੀ ਬੋਸ, BOS। ਉਹ ਬੋਸ ਜਿਹੜਾ ਸੀਗਾ ਉਹ ਇੰਡੀਆ ਦੇ ਵਿੱਚੋਂ ਕਲਕੱਤਾ ਵਿੱਚੋਂ ਉੱਥੋਂ ਨਿਕਲਿਆ ਸੀਗਾ। ਉਹਨੇ ਇੰਡੀਆ ਵਿੱਚ ਕਾਮਯਾਬ ਨਹੀਂ ਹੋਇਆ, ਅਮਰੀਕਾ ਵਿੱਚ ਉਹਨੇ ਓਪਰਚੁਨਿਟੀ ਦੇਖੀ, ਉਹਨੇ ਦੇਖਿਆ ਕਿ ਬੰਦਾ ਇੰਟੈਲੀਜੈਂਟ ਹੈ, ਅਮਰੀਕਾ ਨੂੰ ਲੈ ਗਏ। ਉੱਥੇ ਜਾ ਕੇ ਉਹਨੇ ਜੀ ਬੋਸ ਆਪਣੀ ਨਾਂ ਤੇ ਆਪਣੀ ਕੰਪਨੀ ਸੈਟਅਪ ਕੀਤੀ, ਜਿਹੜੀ ਕਿ ਵਰਲਡ ਫੇਮਸ ਹੈ। ਮੈਨੂੰ ਨਾਮ ਯਾਰ, ਵੋਲਫਸਨ ਜਾਂ ਵੋਲਫਸਨ, ਇੱਕ ਹੋਰ ਗੋਲਫ ਐਂਡ ਵੋਲਫਸਨ ਜਾਂ ਇਸ ਤਰ੍ਹਾਂ ਦਾ ਕੁਛ ਨਾਂ ਹੈ, ਉਹਦੇ ਨਾਲ ਜਾਣ ਕੇ ਕੰਪੀਟ ਉਹ ਕਰ ਰਿਹਾ ਸੀਗਾ, ਉਸੇ ਲੈਵਲ ਤੱਕ ਪਹੁੰਚਿਆ ਸੀਗਾ। ਇਹ ਨਹੀਂ ਕਿ ਜਿੱਦਾਂ ਕਿ ਪਾਇਨੀਅਰ ਹੋ ਗਿਆ, ਸੋਨੀ ਹੋ ਗਿਆ, ਇਹ ਤਾਂ ਬਹੁਤ ਨੀਚੇ ਆ ਜਾਂਦੇ ਆ। ਥੈਂਕ ਯੂ ਜੀ। ਸਾਡੇ ਬੱਚੇ ਬਹੁਤ ਕਾਮਯਾਬ ਹੋ ਸਕਦੇ ਆ। ਥੈਂਕ ਯੂ ਜੀ ਵੀਰ ਜੀ। ਆਪਾਂ ਮੇਰੇ ਖਿਆਲ ਕੋਲ ਕਾਫੀ ਲੰਬੀ ਲੈ ਗਏ, ਹੋਰ ਵੀ ਕੋਲਾਂ ਵੇਟ ਕਰ ਰਹੀਆਂ। ਥੈਂਕ ਯੂ ਵੈਰੀ ਮਚ, ਤੁਸੀਂ ਕੋਲ ਕੀਤਾ ਜੀ ਆਇਆਂ ਨੂੰ। ਤੇ ਬ੍ਰੇਕ ਦਾ ਟਾਈਮ ਵੀ ਹੋ ਗਿਆ ਕਿ ਆਪਾਂ ਹੁਣ ਬ੍ਰੇਕ ਵੀ ਲੈਣੀ ਹੈ, ਕਮਰਸ਼ੀਅਲ ਬ੍ਰੇਕ ਵੱਲ ਜਾਵਾਂਗੇ। ਬ੍ਰੇਕ ਤੋਂ ਬਾਅਦ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਾਂ ਕਰਾਂਗੇ। ਤੁਹਾਡੇ ਅਸੀਂ ਵਿਊ ਸੁਣਨੇ ਚਾਹੁੰਦੇ ਹਾਂ ਕਿ ਡਜ਼ ਦ ਡਿਸਕ੍ਰਿਮੀਨੇਸ਼ਨ ਐਗਜ਼ਿਸਟ ਇਨ ਯੂਰ ਲਾਈਫ? ਕਦੇ ਨਾ ਕਦੇ ਕੀ ਤੁਹਾਨੂੰ
ਤੁਹਾਡੇ ਨਾਲ ਇਹ ਵਿਤਕਰਾ ਕੀ ਹੋਇਆ ਹੈ, ਅਗਰ ਹੋਇਆ ਹੈ ਤੇ ਉਹ ਕਿਸ ਤਰ੍ਹਾਂ ਹੋਇਆ ਹੈ, ਜਿਸ ਤਰ੍ਹਾਂ ਵੀਰ ਜੀ ਸਾਡੇ ਨਾਲ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕਰੇਗੇ ਕਰਕੇ ਇਹੀ ਗੱਲਾਂ ਆਪਾਂ ਕਰਾਂਗੇ ਬ੍ਰੇਕ ਤੋਂ ਬਾਅਦ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੇ ਵਿੱਚ। ਇਸ ਤਰ੍ਹਾਂ ਹੀ ਪ੍ਰੋਗਰਾਮ ਦੇ ਨਾਲ ਲਿੰਕ ਰਹਿਣਾ। ਜੈ ਗੁਰਦੇਵ, ਧੰਨ ਗੁਰਦੇਵ। ਥੈਂਕ ਯੂ ਜੀ। ਕਾਂਚੀ ਟੀਵੀ ਨਾਲ ਜੁੜੇ ਬੈਠੇ ਸਾਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਪ੍ਰੋਗਰਾਮ ਦੇ ਪਹਿਲੇ ਹਾਫ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਡਿਸਕ੍ਰਿਮੀਨੇਸ਼ਨ ਦੀ, ਫਰਕ ਦੀ। ਅੱਜ ਵੀ ਜਿਸ ਤਰ੍ਹਾਂ ਲੇਖ ਰਾਜਵਿਰਦੀ ਜੀ ਗੱਲ ਕਰਕੇ ਗਏ ਆ ਪ੍ਰੋਗਰਾਮ ਦੇ ਪਹਿਲੇ ਹਾਫ ਦੇ ਵਿੱਚ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸਿਆ। ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਨਾਲ ਇਸ ਚੀਜ਼ 'ਤੇ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਜ਼ਰੂਰ ਹੁੰਦਾ ਹੈ, ਚਾਹੇ ਉਹ ਸਕੂਲ ਦੇ ਵਿੱਚ ਹੋਇਆ ਹੋਵੇ, ਚਾਹੇ ਉਹ ਪਿੰਡ ਦੇ ਵਿੱਚ ਹੋਇਆ ਹੋਵੇ, ਚਾਹੇ ਉਹ ਸ਼ਹਿਰ ਦੇ ਵਿੱਚ ਹੋਇਆ, ਜਾਂ ਫਿਰ ਤੁਹਾਨੂੰ ਵਿਦੇਸ਼ ਦੇ ਵਿੱਚ ਆ ਕੇ ਕਿਸੇ ਦੂਸਰੇ ਰੰਗ ਦੇ ਜਾਂ ਕਿਸੇ ਦੂਸਰੇ ਬੋਲੀ ਦੇ ਆਦਮੀ ਨੇ ਅਗਰ ਤੁਹਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਕੀਤਾ ਹੈ ਤੇ ਤੁਸੀਂ ਸਾਡੇ ਨਾਲ ਇੱਕ ਗੱਲ ਕਰ ਸਕਦੇ ਹੋ, ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸ ਸਕਦੇ ਹੋ, ਤਾਂ ਕਿ ਆਪਾਂ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਆਈਏ। ਕਿਉਂਕਿ ਗੁਰੂ ਜੀ ਨੇ ਤਾਂ ਇਹ ਲਿਖ ਦਿੱਤਾ, ਏਕੇ ਮਾਟੀ ਕੇ ਸਭ ਭਾਂਡੇ ਏਕੇ ਸਿਰਜਣਹਾਰਾ। ਏਕੇ ਮਾਟੀ ਕੇ ਸਭ ਭਾਂਡੇ ਏਕੇ ਸਿਰਜਣਹਾਰਾ, ਰਵਿਦਾਸ ਵਿਆਪੇ ਏਕੇ ਘਟ ਭੀਤਰ ਏਕੇ ਘੜੇ ਕੁਮਾਰਾ। ਜਿਸ ਤਰ੍ਹਾਂ ਭਾਂਡੇ ਬਣਾਉਣ ਨੂੰ ਇੱਕ ਹੀ ਮਿੱਟੀ ਦੇ ਨਾਲ ਬਣਦੇ ਹਨ, ਇੱਕ ਹੀ ਮਿੱਟੀ ਦੇ ਡਿਫਰੈਂਟ ਟਾਈਪਸ ਦੇ ਪੋਟਸ ਬਣ ਜਾਂਦੇ ਹਨ, ਪਰ ਉਹਨਾਂ ਦੀ ਵਰਤੋਂ ਡਿਫਰੈਂਟ ਤਰੀਕੇ ਨਾਲ ਹੁੰਦੀ ਹੈ। ਗੁਰੂ ਰਵਿਦਾਸ ਜੀ ਇਸੇ ਤਰ੍ਹਾਂ ਕਿਹਾ ਹੈ ਕਿ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕ ਮਿੱਟੀ ਤੋਂ ਹੀ ਬਣਾਇਆ ਹੈ, ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਹੀ ਬਣਾਇਆ ਹੈ, ਪਰ ਫਿਰ ਵੀ ਸਾਡੇ ਵਿੱਚ ਆਪਸ ਦੇ ਵਿੱਚ ਫਰਕ ਪ੍ਰਸਤੀ ਕਿਉਂ ਹੈ, ਇਸ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਕੋਲ ਲੈਂਦੇ ਹਾਂ। ਹੈਲੋ ਹੈਲੋ, ਜੈ ਭੀਮ, ਜੈ ਗੁਰਦੇਵ ਜੀ। ਜੈ ਭੀਮ, ਜੈ ਗੁਰਦੇਵ ਜੀ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਮੈਂ ਪ੍ਰੇਮ ਮਾਨ ਲੰਡਨ ਤੋਂ ਬੋਲ ਰਿਹਾ, ਤੁਹਾਡਾ ਗੁਆਂਢੀ ਜੀ ਇੱਥੋਂ। ਮਾਨ ਜੀ, ਸਵਾਗਤ ਹੈ ਤੁਹਾਡਾ। ਅੱਜ ਦੇ ਪ੍ਰੋਗਰਾਮ ਵਿੱਚ ਕੀ ਕਹਿਣਾ ਚਾਹੁੰਦੇ ਆ ਪ੍ਰੇਮ ਮਾਨ ਜੀ? ਤੁਹਾਡਾ ਅੱਜ ਪ੍ਰੋਗਰਾਮ ਬਹੁਤ ਹਟ ਕੇ ਆ, ਬਹੁਤ ਪਚੀਦਾ ਪ੍ਰੋਗਰਾਮ ਹੈਗਾ ਆ। ਥੈਂਕ ਯੂ ਜੀ। ਇੰਪੋਰਟੈਂਟ ਬਹੁਤ ਆ। ਥੈਂਕ ਯੂ ਜੀ। ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਡਿਸਕ੍ਰਿਮੀਨੇਸ਼ਨ ਹੁੰਦਾ ਨਾ ਜੀ, ਉਹਦਾ ਕੋਈ ਕਾਰਨ ਆ ਜੀ। ਕਾਰਨ ਕੀ ਹੈ? ਉਹ ਕਾਰਨ ਇਹੀ ਹੈ ਕਿ ਜਾਤ ਪਾਤ ਦਾ ਸਿਸਟਮ, ਜਿਹੜਾ ਮਨੂਵਾਦ ਦੀ ਸੋਚ ਆ, ਹਾਂਜੀ, ਔਰ ਮਨੂਵਾਦ ਨੇ ਸਾਨੂੰ ਹਜ਼ਾਰਾਂ ਹੀ ਜਾਤਾਂ ਵਿੱਚ ਵੰਡ ਦਿੱਤਾ ਜੀ। ਤੇ ਉਹਦਾ ਜਿਹੜਾ ਹਾਲ ਆ, ਤੁਹਾਨੂੰ ਪਤਾ ਵੀ ਅੱਜ ਤੋਂ 70 ਸਾਲ ਪਹਿਲਾਂ ਕਨਸਟੀਟਿਊਸ਼ਨ ਤੋਂ ਲਾਗੂ ਹੋਣ ਤੋਂ ਪਹਿਲਾਂ, ਜਦੋਂ ਦਾ ਬਾਬਾ ਸਾਹਿਬ ਨੇ ਕਨਸਟੀਟਿਊਸ਼ਨ ਬਣਾਇਆ, ਉਹਨਾਂ ਨੇ ਇੰਨੀ ਜਦੋਜਹਿਦ ਕੀਤੀ ਸਾਡੇ ਸਮਾਜ ਲਈ। ਆਪਣੇ ਸਮਾਜ ਦਾ ਉਹਨਾਂ ਨੇ ਕੋਈ ਖਿਆਲ ਨਹੀਂ ਕੀਤਾ, ਆਪਣੇ ਬੱਚੇ ਵੀ ਚਾਰੇ ਬਾਰ ਦਿੱਤੇ, ਆਪਣੀ ਪਤਨੀ ਦਾ ਵੀ ਕੋਈ ਖਿਆਲ ਨਹੀਂ ਕੀਤਾ। ਕਨਸਟੀਟਿਊਸ਼ਨ ਬਣਾ ਕੇ ਉਹਨਾਂ ਨੇ ਸਾਨੂੰ ਉਹ ਬੇਗਮਪੁਰਾ ਬਣਾ ਕੇ ਦਿੱਤਾ ਭਾਰਤ ਦੇ ਵਿੱਚ, ਜਿਹੜਾ ਕਿ ਗੁਰੂ ਰਵਿਦਾਸ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ। ਹਾਂਜੀ, ਤੇ ਕਿ ਉਹ ਰਾਜ ਜਿਹੜਾ ਬੇਗਮਪੁਰਾ ਸੀ, ਉਹਨਾਂ ਦਾ ਸੰਕਲਪ ਸੀਗਾ, ਉਹ ਬਾਬਾ ਸਾਹਿਬ ਨੇ ਸਾਨੂੰ ਕਿਤਾਬ ਦੇ ਵਿੱਚ ਪੂਰੇ ਹੱਕ ਲੈ ਕੇ, ਕੱਲਿਆਂ ਸਾਨੂੰ ਨਹੀਂ, ਸਾਰੇ ਸਮਾਜ ਨੂੰ, ਜਿੰਨਾ ਵੀ ਭਾਰਤ ਦੇ ਸਮਾਜ ਡਿਵਾਈਡਡ ਹੋਇਆ, ਉਹ ਸਾਰੇ ਨੂੰ ਇੱਕ ਗ੍ਰੰਥ ਵਿੱਚ ਇਕੱਠਾ ਕਰਕੇ ਉਹਨਾਂ ਨੇ ਸਾਰੇ ਰਾਈਟ ਲੈ ਕੇ ਦਿੱਤੇ ਜੀ। ਲੇਕਿਨ ਹੁਣ ਗਲਤੀ ਕਿੱਥੇ ਆ? ਉਹ ਸਾਡੀ ਗਲਤੀ ਹੈ ਜੀ, ਕਿਉਂਕਿ ਸਾਡਾ ਸਮਾਜ ਜਿਹੜਾ ਹੈ ਨਾ, ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਨਾ ਤਾਂ ਉਹਨਾਂ ਨੇ ਪੜ੍ਹਿਆ, ਨਾ ਅਸੀਂ ਪੜ੍ਹ ਰਹੇ ਹਾਂ, ਤੇ ਨਾ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ। ਤੇ ਆ ਹੁਣੇ ਮੇਰੇ ਬਿਰਦੀ ਸਾਹਿਬ ਬਹੁਤ ਸਤਿਕਾਰਯੋਗ ਸਾਡੀ ਇਹ ਲਾਇਰ ਹੈਗੇ ਆ, ਇਹਨਾਂ ਨੂੰ ਤਾਂ ਸਮਾਂ ਜ਼ਿਆਦਾ ਗਿਆਨ ਹੋਣਾ ਕਿ ਬਾਬਾ ਸਾਹਿਬ ਨੇ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਸਾਰੇ ਹੱਕ ਲੈ ਕੇ ਦਿੱਤੇ। ਜਦੋਂ ਤੱਕ ਅਸੀਂ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ, ਦੇਖੋ ਉਹਨਾਂ ਹੀ ਕੌਮਾਂ ਦੇ ਨਾਲ ਜਾਤੀ ਹੁੰਦੀ ਆ ਜਿਨ੍ਹਾਂ ਦਾ ਖਿਲਰੇ ਫਿਰਦੇ ਆ, ਹਾਂ, ਜੇ ਖਿਲਰੇ ਫਿਰਦੇ ਆ, ਤੇ ਨਾਲ ਹੀ ਜਿਨ੍ਹਾਂ ਦਾ ਰੂਲਿੰਗ ਨਹੀਂ ਹੁੰਦੀ, ਸੱਤਾ ਨਹੀਂ ਹੁੰਦੀ, ਰਾਜ ਸੱਤਾ ਨਹੀਂ ਹੁੰਦੀ। ਕਦੇ ਤੁਸੀਂ ਸੁਣਿਆ ਕਿ ਹੋਰ ਉੱਚੀਆਂ ਜਾਤੀਆਂ ਦੀਆਂ ਲੜਕੀਆਂ ਨਾਲ, ਧੀਆਂ ਨਾਲ, ਭੈਣਾਂ ਨਾਲ ਬਲਾਤਕਾਰ ਹੋਏ, ਦਰਖਤਾਂ ਨਾਲ ਟੰਗੀਆਂ? ਕਦੇ ਵੀ ਨਹੀਂ ਤੁਸੀਂ ਸੁਣਿਆ ਹੋਵੇਗਾ। ਕਿਉਂ? ਕਿ ਰਾਜ ਸੱਤਾ ਉਹਨਾਂ ਦੇ ਹੱਥ 'ਚ ਆ, ਔਰ ਉਹ ਰਾਜ ਸੱਤਾ ਜਿਹੜੇ ਮਾਲਕ ਹੁੰਦੇ ਆ ਨਾ, ਉਹ ਜੋ ਮਰਜ਼ੀ ਕਰ ਸਕਦੇ ਆ। ਲੇਕਿਨ ਅਸੀਂ ਲੋਕ ਉਹੀ ਕਿਦਾਂ ਨਾ ਅੰਧ ਵਿਸ਼ਵਾਸ ਵਿੱਚ ਲੱਗੇ ਆ। ਦੇਖੋ ਇਹ ਲੋਕ ਜਿਹੜੇ ਆ ਨਾ, ਇਹਨਾਂ ਦੇ ਜਿਹੜੇ ਬੜੇ ਬੜੇ ਪੁਜਾਰੀ ਸੀਗੇ, ਉਹ ਇਸ ਵੇਲੇ ਰਾਜ ਸੱਤਾ ਵੱਲ ਜਾ ਰਹੇ, ਪਾਰਲੀਮੈਂਟ 'ਚ ਜਾ ਕੇ ਬੈਠੇ ਆ। ਕਿਉਂਕਿ ਉਹ ਆਪਣੀ, ਉਹਨਾਂ ਨੂੰ ਪਤਾ ਕਿ ਸਾਡੇ ਇਸ ਮੰਦਿਰਾਂ ਵਿੱਚ ਸਾਡੇ ਲਈ ਕੁਝ ਨਹੀਂ ਰੱਖਿਆ ਆ। ਅਗਰ ਰਾਜ ਸੱਤਾ ਇਹਨਾਂ ਲੋਕਾਂ ਦੇ ਹੱਥ ਆ ਗਏ, ਜਿਹੜੇ ਮੂਲ ਜਿਹੜੇ 85% ਲੋਕ ਆ, ਇਹ ਸਾਡਾ ਤਾਂ ਥੱਲਾ ਲਾ ਦੇਣਗੇ। ਲੇਕਿਨ ਅਸੀਂ ਕੀ ਕਰਦੇ ਆ? ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਆ, ਉਹ ਫਲਾਨਾ, ਉਹ ਫਲਾਨਾ, ਉਹ ਫਲਾਨਾ। ਜਦੋਂ ਤੱਕ ਅਸੀਂ ਸਾਡੀ ਪੋਲੀਟੀਕਲ ਪਾਵਰ ਇੱਕ ਨਹੀਂ ਹੁੰਦੀ, ਅਸੀਂ ਪੋਲੀਟੀਕਲ ਇੱਕ ਗੇਮ, ਜਿਹੜੀ ਸਾਡੀ ਪੋਲੀਟੀਕਲ ਪਾਰਟੀ ਆ, ਉਹਦਾ ਅਸੀਂ ਸਾਥ ਦੇ ਕੇ ਆਪਣੇ ਨੁਮਾਇੰਦੇ ਉਸ ਜਿੱਥੇ ਕਾਨੂੰਨ ਬਣਦੇ ਆ, ਜਿੱਥੇ ਅਸੀਂ ਕਾਨੂੰਨ ਦੀ ਰਾਖੀ ਕਰਨੀ ਆ, ਉੱਥੇ ਤੱਕ ਅਸੀਂ ਨਹੀਂ ਪਹੁੰਚਦੇ,
ਤਦ ਤੱਕ ਸਾਡੇ ਦੇ ਨਾਲ ਇਹ ਜ਼ੁਲਮ ਡਿਸਕ੍ਰਿਮੀਨੇਸ਼ਨ ਹੁੰਦਾ ਹੀ ਰਹਿਣਾ ਆ। ਤੁਸੀਂ ਮੇਰੇ ਨਾਲੋਂ ਜ਼ਿਆਦਾ ਗਿਆਨਵਾਨ ਹੋ ਤੇ ਮੈਂ ਤਾਂ ਸਿਰਫ ਤੁਹਾਨੂੰ ਪਤਾ ਹੀ ਆ ਕਿ ਮੇਰਾ ਕਹਿਣ ਦਾ ਮਤਲਬ ਹੈ ਜਦੋਂ ਤੱਕ ਅਸੀਂ ਸਾਡੀ ਇੱਕ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਅਕਾਲੀ, ਇਹ ਸਾਰੇ ਮਨੂਵਾਦੀ ਸੋਚ ਦੇ ਇਹ ਪਾਰਟੀਆਂ ਹੈਗੀਆਂ, ਲੇਕਿਨ ਇਹ ਲੋਕ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਗਰੀਬ ਤਬਕਾ, ਸਫਾਈ ਵਾਲਾ, ਮਜ਼ਦੂਰ, ਹੋਰ ਸਾਰੇ ਤੇ ਉੱਪਰ ਆਉਣ, ਆਪਣੇ ਹੱਕਾਂ ਲਈ ਲੜ ਸਕੇ। ਦੇਖੋ ਜਦੋਂ ਦੇ ਬਾਬਾ ਸਾਹਿਬ ਨੇ ਸਾਡੇ ਸਮਾਜ ਨੂੰ ਪੜ੍ਹਨ ਦੇ ਹੱਕ ਲੈ ਕੇ ਦਿੱਤੇ ਔਰ ਅਸੀਂ ਲੋਕ ਪੜ੍ਹ ਕੇ ਅੱਜ ਵਕੀਲ ਬੜੀਆਂ ਪੋਸਟਾਂ ਤੇ ਜਾ ਕੇ ਬੈਠ ਗਏ ਹਾਂ ਤੇ ਅਸੀਂ ਫਿਰ ਅਗਰ ਆਪਣੇ ਆਪ ਤੇ ਲੇਵਲ ਲਾਉਂਦੇ ਰਹੀਏ ਤਾਂ ਸਾਡਾ ਫਰਜ਼ ਬਣਦਾ। ਬਾਬਾ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਕਾਸਟ ਜਾਤ ਪਾਤ ਦਾ ਬੀਜ ਨਾਸ ਹੈ ਨਾ, ਉਹ ਪੜ੍ਹ ਕੇ ਦੇਖਣਾ ਚਾਹੀਦਾ ਵੀ ਉਹਨਾਂ ਨੇ ਇਹ ਸਰਚ ਕੀਤੇ ਵੀ ਅਛੂਤ ਕੌਣ ਤੇ ਕਿੱਦਾਂ ਬਣੇ। ਜਦੋਂ ਤੱਕ ਅਸੀਂ ਬਾਬਾ ਸਾਹਿਬ ਦਾ ਲਿਟਰੇਚਰ ਨਹੀਂ ਪੜ੍ਹਦੇ ਉਦੋਂ ਤੱਕ ਸਾਨੂੰ ਗਿਆਨ ਪੈਦਾ ਨਹੀਂ ਹੋ ਸਕਦਾ। ਤੇ ਇਸ ਕਰਕੇ ਸਾਨੂੰ ਇਹ ਚਾਹੀਦਾ ਆ ਕਿ ਇੱਕ ਤਾਂ ਪੋਲੀਟੀਕਲ ਪਾਵਰ ਆਪਣੇ ਹੱਥ ਲੈਣੀ ਚਾਹੀਦੀ ਹੈ ਔਰ ਦੂਸਰਾ ਸਾਡੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ, ਬਾਬਾ ਸਾਹਿਬ ਦੇ ਬਾਰੇ ਜ਼ਿਆਦਾ ਗਿਆਨ ਦੇਣਾ ਚਾਹੀਦਾ। ਜਿੰਨੇ ਸਾਡੇ ਰਹਿਬਰ ਹੋਏ ਆ ਗੌਤਮ ਬੁੱਧ ਤੋਂ ਲੈ ਕੇ ਗੁਰੂ ਨਾਨਕ ਜੀ, ਗੁਰੂ ਰਵਿਦਾਸ ਜੀ, ਜਿੰਨੇ ਵੀ ਸੰਤ ਕਬੀਰ ਜੀ, ਜਿੰਨੇ ਵੀ ਸਾਡੇ, ਉਹ ਸਾਰਿਆਂ ਨੇ ਬ੍ਰਾਹਮਣਵਾਦ ਦੇ ਖਿਲਾਫ ਲੜਾਈ ਲੜੀ ਆ। ਤੇ ਜਦੋਂ ਤੱਕ ਥੈਂਕ ਯੂ ਵੀਰ ਜੀ, ਤੁਸੀਂ ਬਹੁਤ ਸੋਹਣਾ ਆਪਣਾ ਵਿਊ ਦੇ ਕੇ ਆਏ। ਉਦੋਂ ਤੱਕ ਅਸੀਂ ਜਦੋਂ ਪੋਲੀਟੀਕਲ ਪਾਰਟੀ, ਬਹੁਜਨ ਸਮਾਜ ਪਾਰਟੀ ਦੇ ਝੰਡੇ ਥੱਲੇ ਆ ਕੇ ਅਸੀਂ ਆਪਣੀ ਪੋਲੀਟੀਕਲ ਪਾਵਰ ਨਹੀਂ ਲੈਂਦੇ ਉਦੋਂ ਤੱਕ। ਥੈਂਕ ਯੂ ਵੀਰ ਜੀ, ਕੋਲਾਂ ਬਹੁਤ ਵੇਟ ਕਰ ਰਹੀਆਂ ਆ, ਤੁਸੀਂ ਚੰਗਾ ਕੀਤਾ, ਬਹੁਤ ਸੋਹਣਾ ਮੈਸੇਜ ਦੇ ਗਏ। ਇਸ ਤਰ੍ਹਾਂ ਪ੍ਰੋਗਰਾਮ ਚ ਆਉਂਦੇ ਰਿਹਾ ਕਰੋ। ਦੂਸਰੀ ਕਾਲ ਵੱਲ ਵਧਦੇ ਆ। ਹੈਲੋ मेरा ख्याल कॉल ड्रॉप हो गई, असी कॉल लंबी लै गए सी, 2 कॉलां होर वेट कर रही सी। बाणी पढ़ते हैं, शब्द पढ़ते हैं, बाबा साहब डॉक्टर अंबेडकर की जिंदगी बारे पढ़ते हैं, गुरु नानक देव जी जिंदगी बारे पढ़ते हैं, बाबा बुल्ले शाह बारे पढ़ते हैं और बहुत सारे फिलोसफर बारे पढ़ते हैं। उन्होंने इस चीज़ का एंड करने की सानू सलाह दी पर असी सुनते ही नहीं। आओ आप कॉल लेने। हैलो हाँ जी, जय गुरुदेव जी। जय गुरुदेव, धन गुरुदेव जी, चरणजीत सुमन जी। हाँ जी, तो हाँ जी, बहुत बहुत धन्यवाद करते हैं जी। हाँ जी, दसिया हैगा ਆਪਾਂ ਨਾ ਪਹਿਲਾਂ ਤਾਂ ਗਰੀਬਾਂ ਦਾ ਸਮਝੋ, ਜਿਹੜਾ ਵੀ ਹੈ ਗਰੀਬ ਜਾਂ ਕਮਜ਼ੋਰ ਆ ਉਹਨਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਆਈ ਹੈਗੀ ਆ ਜੀ। ਤੇ ਸਮਝੋ ਵੀ ਆਪਾਂ ਦੀ ਕਮਜ਼ੋਰੀ ਦਾ ਜਾਂ ਗਰੀਬੀ ਦਾ ਫਾਇਦਾ ਲੈ ਕੇ ਜਿੱਦਾਂ ਹੈਗਾ ਸਾਰੇ ਆਪਾਂ ਨੂੰ ਜਿਹੜੇ ਹੈਗੇ ਆ ਇਦਾਂ ਦੇ ਕੰਮ ਕਰਦੇ ਰਹੇ ਹੈਗੇ ਆ। ਤੇ ਗੁਰੂ ਮਹਾਰਾਜ ਨੇ ਜਿੱਦਾਂ ਸਾਰਾ ਆਪਾਂ ਨੂੰ ਇਹਨਾਂ ਕੰਮਾਂ 'ਚ ਜਿੱਦਾਂ ਹੈਗਾ ਵੀ ਹੌਸਲਾ ਦਿੱਤਾ ਹੈਗਾ, ਸ਼ਕਤੀ ਦਿੱਤੀ ਆ ਵੀ ਆਪਾਂ ਵੀ ਇਸ ਉਹਨੇ ਵੀ ਆਪ ਕੋਸ਼ਿਸ਼ ਕੀਤੀ ਹੈਗੀ ਆ ਲੜਾਈ ਕਰਨ ਦੀ, ਉਹਨਾਂ ਦੀ ਆਵਾਜ਼ ਉਠਾਈ ਤੇ ਆਪਾਂ ਨੂੰ ਵੀ ਉੱਥੋਂ ਜਿਹੜੀ ਹੈਗੀ ਬਾਣੀ ਤੋਂ ਸ਼ਕਤੀ ਮਿਲਦੀ ਹੈਗੀ ਵੀ ਆਪਾਂ ਵੀ ਆਵਾਜ਼ ਹਟਾਈਏ ਇਹਨਾਂ ਦੇ ਜਿੱਥੇ ਵੀ ਕਿਤੇ ਹੋ ਰਿਹਾ ਹੈਗਾ। ਤੇ ਬਾਕੀ ਜਨ ਨੂੰ ਨਹੀਂ ਕਿਹਾ ਹੈਗਾ, ਤੁਸੀਂ ਵੀ ਸਮਝੋ, ਪਰ ਜਿਹੜੇ ਲੋਕ ਨਹੀਂ ਸਮਝੇ, ਜਿਨ੍ਹਾਂ ਦੀ ਹੈਗੀ ਮਾੜੀ ਸੋਚ ਆ, ਉਹ ਨਹੀਂ ਸਮਝਦਾ ਨਹੀਂ ਗਿਆ ਹੈਗਾ। ਇਹ ਕੰਮ ਜਿਹੜੇ ਹੈਗੇ ਚੱਲਦੇ ਆ, ਇਹ ਚੱਲੀ ਜਾਂਦੇ ਹਨ। ਸੋ ਥੋੜਾ ਜਿਹਾ ਆਪਾਂ ਨੂੰ ਵੀ ਸਟਰੋਂਗ ਹੋਣਾ ਪੈਣਾ ਹੈਗਾ ਆ। ਤੇ ਜਿੱਦਾਂ ਵੀ ਭਾਈ ਸਾਹਿਬ ਨੇ ਪਹਿਲੇ ਬਹੁਤ ਆਏ, ਉਹਨੇ ਆਪਣੀ ਬਹੁਤ ਸੋਹਣੇ ਆਪਣੇ ਵਿਚਾਰ ਦੱਸੇ ਹੈਗੇ ਆ। ਇਹ ਛੇਤੀ ਕਿਤੇ ਵਿਖੜਨਾ ਨਹੀਂਗਾ ਹੈਗਾ। ਤੇ ਥੋੜਾ ਜਿਹਾ ਜੇ ਹੈਗਾ ਵੀ ਤਕੜਾ ਤੇ ਉਹ ਕਮਜ਼ੋਰ ਜਿਹੜਾ ਹੈਗਾ ਵੀ ਠੀਕ ਹੈ, ਉਹਨੂੰ ਵੀ ਮਾੜਾ ਜਿਹਾ ਵੀ ਹੈਗਾ ਤੇ ਉੱਠਣਾ ਚਾਹੀਦਾ ਹੈਗਾ ਵੀ ਤੂੰ ਮੇਰੇ ਨਾਲ ਕਿਉਂ ਹੈਗਾ, ਜੇ ਐਵੇਂ ਮੰਨੋ ਮੱਲੀ ਕਹੀ ਜਾਵੇ ਤੂੰ ਚੋਰੀ ਕੀਤੀ, ਆਹੀ ਜੇ ਤੂੰ ਕੋਈ ਕੀਤਾ ਹੀ ਨਹੀਂਗਾ ਹੈਗਾ, ਜਾਂ ਤਾਂ ਦੱਸ ਦਿੰਦੇ ਆਪਣੇ ਆਪ ਨੂੰ ਉੱਚਾ ਕਹਾਉਂਦੇ ਹੈਗੇ ਵੀ ਉਹ ਕਿੱਦਾਂ ਹੈਗੇ ਵੀ ਉੱਚੇ ਕਿਹੜੇ ਹਿਸਾਬ ਨਾਲ ਹੈਗੇ ਆ, ਜਾਂ ਦੁਨੀਆ ਸਾਰਿਆਂ ਨੂੰ ਪਤਾ ਵੀ ਬੰਦਾ ਇਨਸਾਨ ਜੰਮਦਾ ਵੀ ਹੈਗਾ ਇੱਕ ਹਿਸਾਬ ਨਾਲ ਹੀ ਹੈਗਾ, ਮਰਦਾ ਵੀ ਉਸ ਹਿਸਾਬ ਨਾਲ ਹੀ ਹੈਗਾ। ਬਾਣੀ ਵੀ ਆਪਾਂ ਨੂੰ ਇਹ ਕਹਿੰਦੀ ਹੈਗੀ ਆ। ਸੋ ਮੈਂ ਜ਼ਿਆਦਾ ਰੱਖਿਆ ਕਿ ਹੋਰ ਵੀ ਕਾਲਾਂ ਕਿਸੇ ਦੀਆਂ ਲੈਣੀਆਂ ਹੋ ਗਈਆਂ। ਮੈਂ ਚੰਦ ਲਾਈਨ ਆਪਣੇ ਸਹਿਜੋ ਸਾਹਿਬ ਦੀਆਂ ਟੱਬਰ ਇੱਕੋ ਲਾਣਾ ਹੈ, ਅੰਦਰੋਂ ਇੱਕੋ ਥਾਂ ਤਾਰ ਜੁੜੇ, ਭਾਵੇਂ ਵੱਖੋ ਵੱਖਰਾ ਬਾਣਾ ਹੈ, ਜਿਹੜਾ ਨੀਵੀਂ ਜਾਤ ਗਰੀਬ ਦੁਖੀ ਉਹਨੂੰ ਕਹਿਣੇ ਰੱਬ ਦਾ ਭਾਣਾ ਹੈ, ਜਿਹੜੇ ਲੁੱਟਣ ਉਹ ਉਪਦੇਸ਼ ਦਿੰਦੇ ਇੱਥੋਂ ਨਾਲ ਨੇ ਕੁਛ ਜਾਣਾ ਹੈ, ਮਿਥਿਆਸ ਤੇ ਖੜੀ ਵਿਵਸਥਾ ਨੂੰ ਕਿਉਂ ਜਨਤਾ ਚੱਲੀ ਜਾਂਦੀ ਹੈ, ਸਹਿਜਲ ਭਗਵਾਨ ਭਰੋਸੇ ਹੀ ਇਹ ਗੱਡੀ ਚੱਲੀ ਜਾਂਦੀ ਹੈ, ਇਹ ਗੱਡੀ ਚੱਲੀ ਜਾਂਦੀ ਹੈ। ਸੋ ਸਾਨੂੰ ਇਹਨਾਂ ਕੋਲੋਂ ਵੀ ਜਿਹੜਾ ਹੈਗਾ ਆਪਣੀਆਂ ਤੋਂ ਸਿੱਖਣਾ ਚਾਹੀਦਾ ਹੈਗਾ, ਜਿਹੜੀ ਆਪਾਂ ਕਿਉਂਕਿ ਜਿੱਦਾਂ ਤੁਸੀਂ ਵੀ ਜਗਾਰੇ ਹੋ ਗਏ ਆ, ਹੋਰ ਆਪਣੇ ਭਾਈ ਸਾਹਿਬ ਜਿੰਨੇ ਵੀ ਹੈਗੇ ਆ, ਤੇ ਆਪਾਂ ਨੂੰ ਵੀ ਹੈਗਾ ਇਕੱਠੇ ਹੋ ਕੇ ਲਾ ਲਓ ਜਿੱਦਾਂ ਹੈਗਾ ਵੀ ਉਹਨਾਂ ਕੋਲ ਵੀ ਚਾਹੀਦਾ ਹੈਗਾ, ਜੇ ਕੋਈ ਜ਼ੁਲਮ ਹੁੰਦਾ ਮੁਕਾਬਲਾ ਕਰਨਾ ਚਾਹੀਦਾ, ਮੈਂ ਇਹ ਕਹਿੰਦਾ। ਤੇ ਬਾਕੀ ਜਨ ਵੀ ਜੇ ਪਰਮਾਤਮਾ ਹੈਗੇ ਸੋਝੀ ਦੇਣ ਤਾਂ ਕਿ ਜਿਹੜਾ ਇਦਾਂ ਦਾ ਕੰਮ ਜਿਹੜੇ ਹੱਥ ਸਕਣ ਤੇ ਇੱਕ ਦੂਸਰੇ ਭਲਾ ਹੋ ਸਕੇ। ਥੈਂਕ ਯੂ। ਜੈ ਗੁਰਦੇਵ, ਧੰਨ ਜੈ ਗੁਰਦੇਵ, ਧੰਨ ਗੁਰਦੇਵ ਜੀ। ਬਾਬਾ ਸਾਹਿਬ ਜੀ ਵੀ ਇਸੇ ਤਰ੍ਹਾਂ ਕਹਿ ਗਏ ਆ ਕਿ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ। ਜਦ ਤੱਕ ਅਸੀਂ ਪੜ੍ਹ ਕੇ ਜਾਗਦੇ ਨਹੀਂ, ਐਜੂਕੇਸ਼ਨ ਦੇ ਨਾਲ ਤੀਸਰੀ ਅੱਖ ਖੁੱਲ੍ਹਦੀ ਹੈ, ਥਰਡ ਆਈ, ਐਜੂਕੇਸ਼ਨ ਇਜ਼ ਦਾ ਥਰਡ ਆਈ ਆਫ ਏ ਪਰਸਨ। ਉਸ ਦੇ ਨਾਲ ਗਿਆਨ ਹੁੰਦਾ ਹੈ, ਨੌਲੇਜ ਹੁੰਦਾ ਹੈ, ਤੇ ਉਸ ਦੇ ਨਾਲ ਸਾਨੂੰ ਇੱਕ ਸੰਗਠਨ ਇਕੱਠੇ ਰਹਿ ਕੇ ਕਿਸੇ ਜ਼ੁਲਮ ਦਾ ਮੁਕਾਬਲਾ ਵੀ ਕਰਨ ਦੇ ਲਈ ਸਾਨੂੰ ਇਕੱਠੇ ਹੋਣਾ ਪੈਣਾ ਹੈ, ਸੰਘਰਸ਼ ਵੀ ਕਰਨਾ ਪੈਣਾ ਹੈ। ਕੋਲ ਇੱਕ ਹੋਰ ਲੈਣੇ ਆ। ਹੈਲੋ
हेलो, हाँ जी, जय गुरुदेव। जय गुरुदेव, धन गुरुदेव। राज जी, हाँ जी, मैं राज पंगल बोल रहा राज जी। पंगल जी, स्वागत है ਤੁਹਾਡਾ। Yes, thank you, call ਲੈਣ ਦਾ। Subject is very, very good, very, very big. ਮੈਂ ਕੁਝ ਟਾਈਮ ਪਹਿਲਾਂ 10 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਜੀ, ਜੋ ਬੇਗਮਪੁਰਾ ਸ਼ਹਿਰ ਹੈ, ਜੋ ਡੇਰੇ ਤੋਂ ਬੱਲਾ ਡੇਰੇ ਤੋਂ ਛਪਦੀ ਆ, ਉਹਨਾਂ ਨੇ ਛਾਪਿਆ ਸੀਗਾ। ਉਹਦਾ ਟਾਈਟਲ ਸੀਗਾ ਡੈਡ ਵਾਟ ਇਜ਼ ਅ ਚਮਾਰ। ਵਾਟ ਇਜ਼ ਅ ਚਮਾਰ। ਸਟੋਰੀ ਸੀਗੀ ਕਿ ਜਦੋਂ ਮੈਂ ਸਕੂਲੇ ਸੀ, ਨਹੀਂ ਇੱਕ ਦਿਨ ਮੇਰੇ ਮੁੰਡੇ ਨੇ ਆ ਕੇ ਮੈਨੂੰ ਪੁੱਛਿਆ ਕਿ ਡੈਡ ਚਮਾਰ ਕੀ ਹੁੰਦਾ ਹੈ। ਮੈਂ ਕਿਉਂ, ਕੀ ਗੱਲ, ਤਾਂ ਕਹਿੰਦਾ ਮੈਨੂੰ ਸਕੂਲੇ ਸਾਦੇ ਆ, ਰਾਈਟ। ਤਾਂ ਫਿਰ ਮੈਂ ਉਸ ਤੇ ਐਕਸਪੈਂਡ ਕੀਤਾ ਕਿ ਇਹ ਮੈਨੂੰ ਵੀ ਪੁੱਛਿਆ ਜਾਂਦਾ ਸੀ 25 ਸਾਲ ਪਹਿਲਾਂ, ਤਾਂ ਅੱਜ ਫੇਰ ਪੁੱਛਿਆ ਜਾਂਦਾ, ਹੁਣ ਮੇਰੇ ਮੁੰਡੇ ਤੋਂ ਪੁੱਛਿਆ ਜਾਂਦਾ। ਇੱਥੇ ਤਾਂ ਕੋਈ ਹੈ ਨਹੀਂਗਾ ਕਿ ਜਿਹੜਾ ਏਦਾਂ ਦੀ ਚੀਜ਼ ਹੈਗੀ ਕਿ ਸਾਨੂੰ ਕੋਈ ਚਮਾਰ ਕਵੇ, ਪਰ ਸਕੂਲੇ ਪੁੱਛਿਆ ਜਾਂਦਾ ਸੀਗਾ, ਰਾਈਟ। ਚੀਜ਼ ਇਹ ਆ ਕਿ ਡਿਸਕ੍ਰਿਮੀਨੇਸ਼ਨ ਕੰਟੀਨਿਊ ਹੁੰਦੀ ਆ ਕਿ ਜਦੋਂ ਤੁਸੀਂ ਬੱਚਿਆਂ ਨੂੰ ਜੋ ਸਿਖਾਉਂਦੇ ਆ, ਕਿਉਂਕਿ ਜਿਹੜੇ ਬੱਚੇ ਆ ਹਨਾ ਸਕੂਲ ਦੇ ਵਿੱਚ, ਰਾਈਟ, ਜੇ ਉਹਨਾਂ ਨੂੰ ਪਤਾ ਨਹੀਂ ਗਾ ਚਮਾਰ ਕੀ ਆ, ਤਾਂ ਫਿਰ ਉਹਨਾਂ ਨੂੰ ਪੁੱਛਣਾ ਕਿ ਮੇਰੇ ਮੁੰਡੇ ਨੂੰ ਕਿੱਦਾਂ ਕਹਿਣਾ ਸੀ ਜਾਂ ਮੈਨੂੰ ਕਿੱਦਾਂ ਕਹਿਣਾ ਸੀਗਾ। ਇਹਨਾਂ ਨੂੰ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ, ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਦੇ ਵਿੱਚ ਸ਼ੁਰੂ ਤੋਂ ਸਿਖਾਇਆ ਜਾਂਦਾ ਬਹੁਤ ਛੋਟੇ ਤੋਂ ਕਿ ਕੀ ਤੁਸੀਂ, ਤੁਹਾਡੀ ਜਾਤ ਕੀ ਆ ਐਂਡ ਦੂਸਰੇ ਦੀ ਕੀ ਜਾਤ ਹੈ, ਐਂਡ ਕਿਹਦੇ ਨਾਲ ਤੁਸੀਂ ਇੰਟਰੈਕਟ ਕਰਨਾ, ਕਿਹਦੇ ਨਾਲ ਤੁਸੀਂ ਨਹੀਂ ਇੰਟਰੈਕਟ ਕਰਨਾ। ਹੁਣ ਜਿਹੜਾ ਲਾਸਟ ਵੀਕਐਂਡ ਆਪਾਂ ਜਿੰਨੇ ਵੀ ਕੱਲ ਸੈਟਰਡੇ ਸੰਡੇ ਪ੍ਰੋਗਰਾਮ ਕੀਤੇ, ਸਾਰੇ ਕਾਸਟ ਡਿਸਕ੍ਰਿਮੀਨੇਸ਼ਨ ਤੇ ਸੀ, ਮੈਜੋਰਿਟੀ ਕਾਂਸ਼ੀ ਟੀਵੀ ਤੇ। ਐਂਡ ਇੱਕ ਪ੍ਰੋਗਰਾਮ ਜਿਹਦੇ ਵਿੱਚ ਸ਼ੌਂਕੀ ਭਾਜੀ ਨੇ ਵੀ ਕੀਤਾ ਸੀ, ਉਹ ਵੀ ਸਾਰਾ ਡਿਸਕ੍ਰਿਮੀਨੇਸ਼ਨ ਤੇ ਸੀ, ਸਾਰਾ ਐਕਸਪਲੇਨੇਸ਼ਨ ਸੀ ਕਿ ਇਹ ਹੁੰਦੀ ਕਿੱਦਾਂ ਆ। ਜਿਹੜੀ ਡਿਸਕ੍ਰਿਮੀਨੇਸ਼ਨ ਆ, ਇਹ ਆ ਕਿ ਜੇ ਤੁਸੀਂ ਐਕਸੈਪਟ ਕਰਦੇ ਆ, ਰਾਈਟ, ਇੱਥੇ ਤਾਂ ਹਾਲੇ ਆਪਾਂ ਖੜੇ ਹੋ ਕੇ ਕਹਿ ਦੇ ਕੀ ਕਿਹਾ, ਰਾਈਟ, ਤਾਂ ਪਰ ਇੰਡੀਆ 'ਚ ਨਹੀਂ ਕਰ ਸਕਦੇ, ਕਰਕੇ ਕਈ ਪੀਪਲ ਟਾਈਡ ਡਾਊਨ ਆ ਕਿ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਆ, ਜਿਹੜੇ ਡਿਸਕ੍ਰਿਮੀਨੇਟ ਕਰਦੇ ਉਹਨਾਂ ਦੀ, ਇਸ ਕਰਕੇ ਉਹਨਾਂ ਨੂੰ ਐਕਸੈਪਟ ਕਰਨਾ ਪੈਂਦਾ। ਇੱਥੇ ਨਹੀਂ ਕੋਈ ਵੀ ਐਕਸੈਪਟ ਕਰਦਾ, ਇੱਥੇ ਤੁਸੀਂ ਕਿਸੇ ਨੂੰ ਕਹੋ ਕੁਛ ਨਾ, ਉਹਦੇ ਸਾਹਮਣੇ ਪੈਂਦਾ ਹੈ ਕੀ ਕਿਹਾ, ਸੋਰਟ ਆਊਟ ਹੋਣੀ ਕਰਦੇ। ਪਰ ਇਟਸ ਅ ਵੈਰੀ ਬਿਗ ਸਬਜੈਕਟ ਐਂਡ ਇਟ ਨੀਡਸ ਸੋਰਟਿੰਗ। ਲਾਸਟ ਹੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਠੀਕ ਹੈ, ਆਪਣੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਸੀਗੀ ਐਂਡ ਹੋ ਵੀ ਰਹੀ ਆ ਕਈ ਵਾਰੀ, ਪਰ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਆਪਾਂ ਤੇ ਨਹੀਂ ਕਿਸੇ ਨਾਲ ਡਿਸਕ੍ਰਿਮੀਨੇਟ ਕਰਦੇ, ਤਾਂ ਇਹ ਜ਼ਰੂਰ ਸੋਚਣਾ। ਦੂਸਰੀ ਗੱਲ, ਲਾਸਟਲੀ ਗੱਲ ਇਹ ਸੀਗੀ ਕਿ ਇਸ ਵੇਲੇ ਹੁਣ ਆਪਾਂ ਬਾਹਰ ਬੈਠੇ ਆ ਇੰਡੀਆ ਤੋਂ, ਆਪਾਂ ਸੋਚਦੇ ਆ ਐਂਡ ਇੱਥੇ ਦੀ ਜੋ ਨੌਨ ਦਲਿਤ ਆਰਗੇਨਾਈਜੇਸ਼ਨਸ, ਇੰਡੀਅਨ ਆਰਗੇਨਾਈਜੇਸ਼ਨਸ ਆ, ਉਹ ਕਹਿੰਦੇ ਆ ਕਿ ਇੱਥੇ ਤਾਂ ਹੈ ਹੀ ਨਹੀਂ ਗੀ ਕਾਸਟ ਡਿਸਕ੍ਰਿਮੀਨੇਸ਼ਨ। ਇਸ ਵੇਲੇ ਇੱਕ ਕੇਸ ਚੱਲ ਰਿਹਾ ਅਮਰੀਕਾ, ਜੋ ਸਿਸਕੋ ਜੋ ਨੈਟਵਰਕ ਇਕੁਇਪਮੈਂਟ ਬਣਾਉਂਦੇ ਆ, ਉਹਦੇ ਵਿੱਚ ਕਿਸੇ ਨੇ ਡਿਸਕ੍ਰਿਮੀਨੇਟ ਕੀਤਾ ਕਿਉਂਕਿ ਉਹ ਦਲਿਤ ਸੀਗਾ, ਤਾਂ ਉਹ ਇਸ ਵੇਲੇ ਕੇਸ ਚੱਲ ਰਿਹਾ, ਹਾਲੇ ਦੇਖਦੇ ਕੀ ਹੁੰਦਾ। ਪਰ ਇੱਥੇ ਵੀ ਸੇਮ ਆ, ਇੱਥੇ ਵੀ ਯੂਕੇ ਦੇ ਵਿੱਚ ਇਹ ਕਾਸਟ ਡਿਸਕ੍ਰਿਮੀਨੇਸ਼ਨ ਜ਼ਰੂਰ ਹੈ। ਜਿਹੜੇ ਕਹਿੰਦੇ ਕਿ ਨਹੀਂ ਹੈ, ਉਹ ਜਾਂ ਲੁਕਾਉਣਾ ਚਾਹੁੰਦੇ ਆ ਜਾਂ ਉਹ ਕੰਟੀਨਿਊ ਕਰਨਾ ਚਾਹੁੰਦੇ ਆ। ਜੀ ਹਾਂ, ਥੈਂਕ ਯੂ ਰਾਜ ਜੀ। ਆਪੋ ਆਪਣੀ ਓਪੀਨੀਅਨ ਆਪਾਂ ਸਾਰੇ ਦਿੰਦੇ ਹਾਂ ਕਿ ਇਹੋ ਜਿਹੇ ਕਾਸਟਇਜ਼ਮ ਨੂੰ ਖਤਮ ਕਰਕੇ ਕਿਸੇ ਦੇ ਨਾਲ ਵੀ ਰੰਗ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਨਸਲ ਦੇ ਨਾਂ 'ਤੇ ਇਹ ਜੋ ਫਰਕ ਪਾਏ ਜਾਂਦੇ ਹਨ, ਇਹ ਕਦ ਤੱਕ ਚੱਲਦੇ ਰਹਿਣਗੇ? ਕਦ ਤੱਕ ਜੋ ਲੋਕ ਇਹਨਾਂ ਦੇ ਸ਼ਿਕਾਰ ਹੋ ਰਹੇ ਨੇ, ਜੋ ਲੋਕ ਇਸ ਦੇ ਵਿਰੁੱਧ ਆਵਾਜ਼ ਉਠਾਉਂਦੇ ਹਨ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਦਬਾਅ ਪਾਇਆ ਜਾਂਦਾ ਹੈ, ਜਾਂ ਫਿਰ ਕੋਈ ਜੌਬ ਦੇ ਵਿੱਚ ਅਗਰ ਕੋਈ ਇਹੋ ਜਿਹਾ ਆਵਾਜ਼ ਉਠਾਉਂਦਾ ਹੈ, ਉਸ ਨੂੰ ਜੌਬ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਉਸ ਦੀ ਪੇ ਕੱਟ ਕਰ ਦਿੱਤੀ ਜਾਂਦੀ ਹੈ, ਜਾਂ ਉਸ ਦੇ ਫੈਮਿਲੀ ਨੂੰ ਥ੍ਰੈਟ ਕੀਤਾ ਜਾਂਦਾ ਹੈ। ਇਹ ਡਿਸਕ੍ਰਿਮੀਨੇਸ਼ਨ ਕੀ ਅੱਜ ਐਗਜ਼ਿਸਟ ਕਰਦਾ ਹੈ, ਇਸ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਤੁਹਾਡੇ ਨਾਲ ਇੱਕ ਕੋਲ ਹੋਰ लेने हैं। हेलो, यस प्लीज। जय टीम। मैं खुशीराम बोल रहा हूँ कनाडा से। खुशीराम जी, स्वागत है ਤੁਹਾਡਾ। आपका क्या कहना चाहते हो आपके प्रोग्राम में? मैं आपको कहना चाहता हूँ कि आज का टॉपिक बहुत ज्यादा इम्पोर्टेंट है। थैंक यू। और बहुत ही ज्यादा वास्ट भी है, लेकिन इस मामले में मैं सिर्फ 2-3 ही बातें कहना चाहता हूँ। एक तो पहली बात तो ये है कि डिस्क्रिमिनेटरी जो है ये 2 वे ट्रैफिक है।
जी, ये रेसिप्रोकल है। अगर एक बात कहता है और दूसरा मानता है तभी ये बात चलती है। तो हमें इस चीज के खिलाफ खड़े होना चाहिए, हमें इस चीज के खिलाफ लड़ाई लड़नी चाहिए। हाँ, ये मैं देख रहा हूं कि पंजाब में जितनी भी कमजोर जातियां हैं उनमें से सबसे ज्यादा चमार लोग जो हैं ये इस डिस्क्रिमिनेशन के खिलाफ काफी आवाज उठा रहे हैं। लेकिन मैं ये आपसे पूछना चाहता हूं कि ये जो चमार लोग हैं क्या ये खुद डिस्क्रिमिनेशन नहीं करते दूसरों के साथ? ये जो उस अपने आप को, फॉर एग्जांपल मैं भी पंजाब का था किसी वक्त और गांव में रहता था। हमारे गांव के जो चमार, जो रमदासिये थे वो चमारों और चूड़ों से नफरत करते थे, जो चमार थे वो चूड़ों से नफरत करते थे और उनके साथ कोई इनका खाना पीना भी नहीं था, दोस्ती तक भी नहीं थी। हालांकि उसी गांव में रहते थे, वही काम करते थे। और मैं तो इससे और भी आगे जाना चाहता हूं कि चमारों में फॉर एग्जाम्पल इनके अपने साध संत हैं या इनके नाई हैं, उनमें आपस में ये रिश्तेदारियां नहीं करते, इतनी डिस्क्रिमिनेशन करते हैं, इतना ये शोर मचाते हैं दूसरों के बरखिलाफ। लेकिन खुद जो चमार लोग हैं ये सबसे मेरे ख्याल है ये जातिवाचक लोग हैं। सबसे ज्यादा इन लोगों में डिस्क्रिमिनेशन है। इनको ये चाहिए पहले अपने में डिस्क्रिमिनेशन खत्म करें, अपने आप जो सोचते हैं कि दूसरे नीचे हैं उसकी चीज को खत्म करें, फिर प्रोटेस्ट करें। देखिए इनके साथ सब लोग इकट्ठे होते हैं। थैंक यू खुशीराम जी, ਤੁਹਾਡੇ ਵਿਊ ਦੇਣ ਦਾ ਥੈਂਕ ਯੂ ਵੈਰੀ ਮਚ। ਤੁਸੀਂ ਕਾਲ ਕੀਤੀ ਹੈ ਕੈਨੇਡਾ ਦੇ ਵਿੱਚੋਂ। ਜਿਸ ਆਦਮੀ ਦੇ ਦਿਲ ਦੇ ਵਿੱਚ ਜੋ ਵੀ ਗੱਲ ਹੁੰਦੀ ਹੈ ਉਸ ਨੂੰ ਕਹਿਣ ਦਾ ਪੂਰਾ ਹੱਕ ਹੈ, ਚਾਹੇ ਉਹ ਕੋਈ ਵੀ ਗੱਲ ਹੋਵੇ। ਜੋ ਇਸ ਲਿਬਰਟੀ ਮਤਲਬ ਜੋ ਜਿਸ ਦੀ ਸਾਨੂੰ ਡੈਫੀਨੇਸ਼ਨ ਦਿੱਤੀ ਗਈ ਹੈ ਕੌਨਸਟੀਟਿਊਸ਼ਨ ਦੇ ਵਿੱਚ, ਹਰ ਇੱਕ ਆਦਮੀ ਨੂੰ ਆਪੋ ਆਪਣੇ ਤੌਰ ਤਰੀਕਿਆਂ ਦੇ ਨਾਲ ਪੂਜਾ ਕਰਨ ਦਾ, ਪਾਠ ਕਰਨ ਦਾ, ਆਪਣੀ ਓਪੀਨੀਅਨ ਦੇਣ ਦਾ ਇਹ ਪੂਰਾ ਹੱਕ ਹੁੰਦਾ ਹੈ। ਹਾਂ, ਇਹੀ ਗੱਲ ਮੈਂ ਸਭ ਤੋਂ ਪਹਿਲਾਂ ਵੀ ਕਰਕੇ ਗਿਆ ਸੀ ਕਿ ਅਸੀਂ ਪਹਿਲਾਂ ਜਦੋਂ ਇੰਟਰਨੈਸ਼ਨਲੀ ਦੇਖਦੇ ਹਾਂ ਤੇ ਅਸੀਂ ਦੂਸਰੀ ਕੰਟਰੀ ਦੇ ਵਿੱਚ ਫਰਕ ਦੇਖਦੇ ਹਾਂ। ਇਹ ਕੋਲ ਲੈਣਾ, ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਕਰਾਂਗੇ। ਹੈਲੋ ਹੈਲੋ, ਜੈ ਗੁਰਦੇਵ ਭਾਜੀ, ਕਿੱਦਾਂ? ਠੀਕ ਹੈ। ਹਾਂਜੀ, ਜੈ ਗੁਰਦੇਵ, ਧੰਨ ਗੁਰਦੇਵ ਜੀ। ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਹਾਂਜੀ, ਅਸੀਂ ਬਰਮਿੰਗਮ ਤੋਂ ਬੋਲਦੇ ਹਾਂ, ਦੇਬੋ ਸੁਨਿਆਰਾ। ਕੀ ਨਾਮ ਹੈ ਜੀ? ਦੇਬੋ ਸੁਨਿਆਰਾ। ਦੇਬੋ ਜੀ, ਹਾਂਜੀ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਅੱਜ ਦੇ ਟੌਪਿਕ ਵਿੱਚ? ਅਸੀਂ ਇਹ ਟੌਪਿਕ ਤਾਂ ਤੁਸੀਂ ਬਹੁਤ ਸੋਹਣਾ ਰੱਖਿਆ ਹੈ। ਜਿਹੜੇ ਸਾਡੇ ਮੁੱਦੇ ਚੱਲਦੇ ਆ ਇਹ ਏਦਾਂ ਚੱਲਣੇ ਚਾਹੀਦੇ ਆ, ਕਿਉਂਕਿ ਡਿਸਕ੍ਰਿਮੀਨੇਸ਼ਨ ਤਾਂ ਇਹ ਹਰ ਇੱਕ ਜਗ੍ਹਾ ਹੀ ਕਰਦੇ ਸਾਡੇ ਨਾਲ ਜੀ। ਤੇ ਕੰਮਾਂ ਤੇ ਵੀ ਦੇਖ ਲਓ, ਆਫਿਸਾਂ ਵਿੱਚ ਦੇਖ ਲਓ, ਆ ਗੁਆਂਢੀਆਂ ਦੇ ਦੇਖ ਲਓ, ਤੇ ਸਾਰੀ ਤਰ੍ਹਾਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਚੱਲਦੀ ਆ, ਚੱਲ ਰਿਹਾ। ਹਾਂਜੀ 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 ਚੱਲਦੀ ਆ। ਬਾਕੀ ਭਾਈ ਸਾਹਿਬ ਕਹਿ ਕੇ ਗਏ ਆ ਨਾ ਫਲਾਨੇ ਫਲਾਨੇ ਫਲਾਨੇ, ਉਹ ਵੀ ਇਹਨਾਂ ਦੇ ਸਕਾਲਿਓ ਸਾਡੇ ਕੰਨਾਂ ਵਿੱਚ ਪਾਇਓ ਤਾਂ ਉਹ ਸਾਡੇ ਭਰਾਵਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਆਇਆ ਸੀਗਾ ਜੀ। ਸੋ ਇਹ ਜਿਹੜੇ ਹੁਣ ਸਾਡੇ ਲੋਕਾਂ ਨੂੰ ਪਤਾ ਲੱਗੀ ਜਾਂਦਾ ਵੀ ਸਾਡੀ ਘਰ ਦੇ ਕਿਹੜੇ ਆ ਤੇ ਬਾਹਰ ਦੇ ਕਿਹੜੇ ਆ ਜੀ। ਉੱਥੇ ਹੁਣ ਅਸੀਂ ਚੱਲਣੇ ਦੀ ਕੋਸ਼ਿਸ਼ ਕਰਦੇ ਆ ਤਾਂ ਹੁਣ ਆ ਕੇ ਬੱਚੇ ਦੱਸਦੇ ਆ ਚੂੜਿਆਂ ਦੇ ਨਾਲ ਆ ਕੇ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਸੀ, ਚਮਾਰ ਏਦਾਂ ਕਰਦੇ ਸੀ, ਓਦਾਂ ਕਰਦੇ ਸੀ। ਚਮਾਰਾਂ ਦੇ ਕੰਨਾਂ ਦੇ ਵਿੱਚ ਫੂਕ ਦੇ ਕੇ ਤੁਸੀਂ ਕੰਮ ਕਰਾ ਕੇ ਆਪਣੀਆਂ ਜੇਬਾਂ ਭਰਦੇ ਸੀ ਇਹ, ਤੇ ਦੂਜਿਆਂ ਨੂੰ ਇਹ ਫਿਰ ਉਹਨਾਂ ਨੂੰ ਕਹਿਣਾ ਉਹ ਫਲਾਨਾ ਆ, ਉਹਦੇ ਨਾਲ ਨਾ ਤੁਸੀਂ ਰਲਿਓ। ਅਜੇ ਤੱਕ ਵੀ ਇਹ ਇੰਡੀਆ ਦੇ ਵਿੱਚ ਬੇਹੱਦ ਇਹ ਚੀਜ਼ ਹੋ ਰਹੀ ਆ। ਇਹ ਜੇ ਉਦਾਂ ਨਹੀਂ ਇਹਨਾਂ ਦੇ ਕੋਲੋਂ ਰੋਕਥਾਮ ਹੁੰਦੀ, ਨਹੀਂ ਸੁਣਦਾ ਇਹਨਾਂ ਦੀ ਕੋਈ, ਤਾਂ ਫਿਰ ਟੂਣੇ ਟਾਮਣ ਕਰਦੇ ਆ। ਫਿਰ ਦੂਸਰੀ ਗੱਲ ਆ, ਇਹਨੇ ਡਰੱਗ ਪਾ ਕੇ ਕੱਪਾਂ ਦੇ ਵਿੱਚ ਪਾ ਕੇ ਮੁੰਡਿਆਂ ਨੂੰ ਇਹਨੇ ਇੰਨਾ ਡੈਮੇਜ ਕੀਤਾ, ਕੰਮਾਂ ਤੋਂ ਉੱਥੋਂ ਉੱਠਣੇ ਨਹੀਂ ਦਿੰਦੇ। ਖੇਤਾਂ ਦੇ ਵਿੱਚੋਂ ਕੰਮ ਕਰਾ ਕਰਾ ਕੇ ਇਹਨੀ ਮਾਰ ਮਾਰ ਕੇ ਉਹਨਾਂ ਨੂੰ ਛੱਡਦੇ ਆ ਇਹ। ਥੈਂਕ ਯੂ ਭੈਣ ਜੀ, ਤੁਸੀਂ ਫੋਨ ਕੀਤਾ, ਤੁਸੀਂ ਆਪਣੀ ਓਪੀਨੀਅਨ ਦਿੱਤੀ ਹੈ। ਅਕਸਰ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਹਰ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ। ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਉੱਪਰਲੇ ਲੈਵਲ ਤੋਂ ਲੈ ਕੇ ਜਿਉਂ-ਜਿਉਂ ਸਟੈਪ ਬਾਈ ਸਟੈਪ ਅਸੀਂ ਥੱਲੇ ਵੱਲ ਦੇਖਦੇ ਹਾਂ, ਸਭ ਤੋਂ ਜ਼ਿਆਦਾ ਮਾਰ ਜੋ ਸਭ ਤੋਂ ਥੱਲੇ ਵਾਲਾ ਹੁੰਦਾ ਹੈ ਉਹੀ ਖਾ ਰਿਹਾ ਹੈ। ਮੈਂ ਪ੍ਰੋਗਰਾਮ ਦੇ ਪਹਿਲੇ ਹਾਫ ਦੇ ਵਿੱਚ ਗੱਲ ਕਰ ਰਿਹਾ ਸੀ। ਇੱਕ ਕੋਲ ਹੋਰ ਲੈਂਦੇ ਹਾਂ। ਹੈਲੋ ਨਮਸਕਾਰ ਜੀ। ਨਮਸਕਾਰ ਜੀ, ਆਪਣੀ ਕੋਲ। ਹਾਂਜੀ, ਆਪਾਂ ਜੋ ਡਿਸਕ੍ਰਿਮੀਨੇਸ਼ਨ ਤੇ ਗੱਲ ਕਰ ਰਹੇ ਹਾਂ ਸੁਰਿੰਦਰ ਜੀ, ਉਸ ਟੌਪਿਕ ਤੇ ਆਪਾਂ ਗੱਲ ਕਰਾਂਗੇ। ਹਾਂਜੀ, in this country they spend almost $1 trillion in the coronavirus, and on education they only spend $5 billion. That's a drop in the ocean. The गरीब से उन्हें education चाहिए थी, वो सारे खत्म हो गया। The rich have taken the whole lot, and the second clap करो, सारे मुझे slap पे या किसी को ट्रीटमेंट नहीं मिलेगा, किसी को
सारे मार देते। उनके कहना 43,000 people died, more than 200,000 people in this country. The official figures have died. 2020 40 कहते मोहल्ले 40 रोजे, अली बाबा 40 चोर, आपा कहते चालीसा, हनुमान चालीसा ते 40 मुक्ते, और 40 में एक ने पैसे छुरी मारी थी दशमेश पैदा जिनका आध ग्रंथ से हो, आध ग्रंथ किसी पढ़ा ही नहीं, ना किसी समझा की लिखा, और रोड़ा पर लंबी दाढ़ी रख के ऐसे जंगल राज हो गया ना। आप वी आर इन द वेस्टर्न सोसाइटी, वी शुड लिव लाइक ए सिविलाइज्ड पीपल। आप मुंह साफ रखिए, कपड़े चंगे पाइए, उच्ची सुची सोच हुए, जैसे और रुमाले ना मुंह नक मुंह पूछ जा। सो वी हैव नो मैनर्स हाउ टू टॉक एंड बिहेव इन द सोसाइटी। If I said anything wrong, don't forgive me. परफेक्टली जो कुछ कह के गए हैं बिल्कुल सही किया। थैंक यू ਤੁਹਾਡਾ ਇਹ ਫੋਨ ਕਰਨ ਦਾ। ਬਹੁਤ ਸਾਰੇ ਭੈਣਾਂ ਨੇ ਭਰਾਵਾਂ ਨੇ ਫੋਨ ਕੀਤਾ, ਬਹੁਤ ਸਾਰੇ ਕੋਲਾਂ ਅਸੀਂ ਨਹੀਂ ਲੈ ਸਕੇ। ਅਸੀਂ ਕੋਸ਼ਿਸ਼ ਕਰਾਂਗੇ ਇਹੋ ਜਿਹਾ ਟੌਪਿਕ ਲਿਆਉਣ ਦੀ ਤਾਂ ਕਿ ਸਾਨੂੰ ਤੁਹਾਡੀ ਆਵਾਜ਼, ਤੁਹਾਡੀ ਓਪੀਨੀਅਨ ਦਾ ਪਤਾ ਲੱਗੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਜਾਇਜ਼ ਸਮਝਾਂਗਾ ਕਿ ਮੀਡੀਆ ਦੇ ਉੱਤੇ ਕਿਸੇ ਦੇ ਜਾਤ ਦਾ ਨਾਮ ਲੈਣਾ ਜਾਂ ਕਿਸੇ ਦੇ ਧਰਮ ਦੇ ਵਿਰੁੱਧ ਬੋਲਣਾ, ਕਿਸੇ ਦੇ ਜਾਤ ਦੇ ਵਿਰੁੱਧ ਬੋਲਣਾ, ਇਹ ਜਾਂ ਉਸ ਦੇ ਫੇਅਰ ਵਿੱਚ ਬੋਲਣਾ ਜਾਂ ਕਿਸੇ ਜਾਤ ਦਾ ਨਾਮ ਲੈਣਾ, ਇਹ ਸਾਨੂੰ ਬਿਲਕੁਲ ਕੱਟ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਸਭ ਇਨਸਾਨ ਹਾਂ। ਅੱਬਲ ਅੱਲਾ ਨੂਰ ਅਪਾਇਆ, ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੋਂ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਕੋਲ ਲੈਂਦੇ ਹਾਂ। ਹੈਲੋ ਜੀ ਭੁਪਿੰਦਰ ਸਾਹਿਬ, ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਮੈਂ ਵੀਰ ਜੀ ਬੋਲਦਾ ਜੀ, ਬਰਮਿੰਘਮ ਤੋਂ। ਹਾਂਜੀ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਪ੍ਰੋਗਰਾਮ ਦੇ ਵਿੱਚ? ਥੈਂਕ ਯੂ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ, ਲਾਈਵ ਆਨ ਦ 에ਅਰ ਹੋ। ਬਹੁਤ ਸਾਰੇ ਵਿਚਾਰ ਸੁਣੇ। ਆੜੇ ਵੀਰ ਵਕੀਲ ਸਾਹਿਬ ਬੋਲ ਕੇ ਗਏ, ਮੈਂ ਉਹਨਾਂ ਦਾ ਵੱਡਾ ਭਰਾ ਬੋਲਦਾ। ਅੱਛਾ ਜੀ, ਅੱਛਾ, ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਡਿਸਕ੍ਰਿਮੀਨੇਟ ਤਾਂ ਬਹੁਤ ਹੋਇਆ ਜੀ। ਡਿਸਕ੍ਰਿਮੀਨੇਟ ਜਿਹੜੇ ਆਪਣੇ ਲੋਕ ਉਹ ਜ਼ਿਆਦਾ ਕਰਦੇ। ਤੇ ਦੇਖੋ ਆਪਾਂ ਇੰਗਲੈਂਡ ਚ ਰਹਿੰਦੇ ਸਨ, ਗੋਰਿਆਂ ਨੇ ਘੱਟ ਕੀਤੀ, ਆਪਣੇ ਲੋਕਾਂ ਨੇ ਕਾਫੀ ਕੀਤੀ ਜੀ। ਹਾਂਜੀ, ਮੈਂ ਇੱਕ ਸਮੇਂ ਵਿੱਚ ਇਲੈਕਟ੍ਰੀਸ਼ੀਅਨ ਸੀਗਾ ਤੇ ਉਸ ਸਾਹ ਤੋਂ ਮੈਨੂੰ ਰੈਲੇਟਿਵ ਹੋ ਗਈ ਤੇ ਅਸੀਂ ਇਹਦੇ 3-4 ਭਰਾ ਬੈਠੇ ਆ ਤਾਂ ਇੱਕ ਭਰਾ ਨੇ ਇੱਕ ਭਰਾ ਨੂੰ ਕਿਹਾ ਵੀ ਇਹਨੂੰ ਕੰਮ ਤੇ ਲਵਾ ਦੇ ਜੀ। ਉਹ ਜਿਹੜੇ ਭਰਾ ਨੂੰ ਕਿਹਾ ਕੰਮ ਤੇ ਲਵਾ ਦੇ, ਉਹ ਕਹਿੰਦਾ ਵੀ ਇਹਦੀ ਜਾਤ ਕੀ ਆ? ਉਹ ਕਹਿੰਦਾ ਫਲਾਨੀ। ਤੇ ਉਹ ਕਹਿੰਦਾ ਮੈਂ ਜਾਤ ਨਹੀਂ, ਇਹਦੀ ਜਾਤ ਆ ਕਰਕੇ ਮੈਨੂੰ ਕੰਮ ਤੇ ਲਵਾਉਣਾ। ਇਸ ਮੁਲਕ ਵਿੱਚ ਵੀ ਆ ਕੇ ਅਸੀਂ ਡਿਸਕ੍ਰਿਮੀਨੇਟ ਕਰਦੇ ਹਾਂ ਜੀ। ਇਹੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਕਿ ਅੱਜ ਵੀ ਉਸ ਜਾਤ ਪਾਤ ਨੂੰ ਅਸੀਂ ਆਪਣੇ ਲੜ ਬਣ ਕੇ ਇੱਥੇ ਲੈ ਆਏ ਹਾਂ। ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਹੋਰ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਤੇ ਇੱਕ ਪਾਸੇ ਅਸੀਂ ਕਹਿੰਦੇ ਕਿ ਅੱਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਜੀ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੌਣ ਮੰਦੇ ਜੀ। ਤੇ ਕਰਦੇ ਕੀ ਅਸੀਂ? ਬਿਲਕੁਲ, ਹਾਂਜੀ ਹਾਂਜੀ। ਤੇ ਉਸ ਸਮੇਂ ਤੋਂ ਲੈ ਕੇ ਆਪਾਂ ਫਿਰ ਲੱਕ ਬੰਨ ਲਿਆ, ਪੜ੍ਹਾਈ ਕੀਤੀ, ਹਾਂਜੀ, ਪੜ੍ਹ ਕੇ ਕਾਫੀ ਪੜ੍ਹਾਈ ਕਰਕੇ ਚੰਗੀਆਂ ਜੋਬਾਂ ਤੇ ਪਹੁੰਚੇ। ਤੇ ਅਖੀਰ ਤੇ ਜਿਹੜੇ ਸਾਡੇ ਭਾਈ ਸਾਹਿਬ ਨੇ ਕਹਿ ਗਏ ਨਾ ਵੀ ਤੁਸੀਂ ਡਿਸਕ੍ਰਿਮੀਨੇਟ ਕਰਦੇ ਆ, ਉਹ ਵੀ ਲੋਕ ਕਰਦੇ ਸਾਡੇ ਨਾਲ। ਜਿਹੜੇ ਕਹਿ ਰਹੇ ਨਾ ਵੀ ਤੁਸੀਂ ਲੋਕ ਫਲਾਨਿਆਂ ਨਾਲ ਡਿਸਕ੍ਰਿਮੀਨੇਟ ਕਰਦੇ ਆ, ਉਹ ਵੀ ਲੋਕ ਕਰਦੇ ਸਾਡੇ ਨਾਲ ਹੋ ਚੁੱਕੀ ਆ। ਹਾਂਜੀ, ਇਹ ਆਪਣੇ ਹਰ ਇੱਕ ਨੂੰ ਗੁਰੇਜ਼ ਕਰਨਾ ਚਾਹੀਦਾ। ਬਿਲਕੁਲ ਹਾਂਜੀ, ਨਾ ਕਿ ਇੱਕ ਦੂਜੇ ਡਿਸਕ੍ਰਿਮੀਨੇਟ ਕਰੀਏ। ਬਿਲਕੁਲ ਥੈਂਕ ਯੂ ਜੀ ਵੀਰ ਜੀ, ਤੁਸੀਂ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ। ਕਿਉਂਕਿ ਪ੍ਰੋਗਰਾਮ ਦੇ ਲਾਸਟ 1.5 ਮਿੰਟ ਰਹਿ ਗਿਆ ਹੈ। ਤੁਹਾਡਾ ਫੋਨ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਗੱਲ ਕਰ ਰਹੇ ਹਾਂ ਕਿ ਜੋ ਫਿਰਕਾ ਪ੍ਰਸਤੀ ਹੈ, ਇੱਕ ਦੂਸਰੇ ਨਾਲ ਨਫ਼ਰਤ ਲੋਕਾਂ ਦੇ ਦਿਲਾਂ ਵਿੱਚ ਬੀਜੀ ਜਾਂਦੀ ਹੈ। ਅਗਰ ਅਸੀਂ ਦੇਖੀਏ ਅੱਜ ਇੰਟਰਕਾਸਟ ਮੈਰਿਜਸ ਹੋ ਰਹੀਆਂ ਹੈ, ਅੱਜ ਅਸੀਂ ਸਾਰੇ ਦੂਸਰੇ ਰੰਗ ਦੇ, ਦੂਸਰੇ ਨਸਲ, ਦੂਸਰੇ ਦੇਸ਼ਾਂ ਦੇ ਲੋਕ ਇਕੱਠੇ ਇੱਕ ਜਗ੍ਹਾ ਤੇ ਕੰਮ ਕਰਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜੋ ਕਿਸੇ ਨੂੰ ਨਹੀਂ ਚੰਗੀ ਲੱਗਦੀ। ਲਾਸਟ ਕੋਲ ਇੱਕ ਹੋਰ ਕੋਲ ਲੈਂਦੇ ਹਾਂ। ਹੈਲੋ, ਜੈ ਗੁਰਦੇਵ, ਜੈ ਭੀਮ, ਜੈ ਭਾਰਤ ਬੇਟਾ। ਆਂਟੀ ਜੀ ਜੈ ਗੁਰਦੇਵ, ਜੈ ਭਾਰਤ। ਥੈਂਕ ਯੂ ਜੀ ਆਂਟੀ। ਅੱਜ ਜਿਹੜਾ ਤਾਂ ਮੌਦਾ ਰੱਖਿਆ, ਆਪਣੀ ਜ਼ਿੰਦਗੀ ਦਾ ਨਿਆਂ ਕੱਢ ਦਿੱਤਾ। ਥੈਂਕ ਯੂ ਜੀ। ਆਪਣੇ ਗੁਰੂਆਂ ਨੇ, ਬਾਬਾ ਸਾਹਿਬ ਜੀ ਨੇ ਬਹੁਤ ਕੁਝ ਕੀਤਾ, ਆਪਾਂ ਤਾਂ ਪਾਕ ਲੈ। ਇਹ ਆਪਣਾ ਘਰ ਹੈ। ਜਿੱਦਣ ਤੁਸੀਂ ਪ੍ਰਧਾਨ ਬਣ ਜਾਓਗੇ ਤਾਂ ਦੇਸ਼ ਤੁਹਾਡਾ ਬਣੂਗਾ। ਜਿੰਨਾ ਚਿਰ ਤੁਸੀਂ ਨਹੀਂ ਕੁਝ ਕਰਦੇ, ਇਹਨਾਂ ਨੇ ਏਦਾਂ ਹੀ ਆਪਾਂ ਨਾ ਕਰਨਾ। ਆਪਾਂ ਆਪਣਿਆਂ ਨਾਲ ਹੀ ਕਰਦੇ ਤਾਂ ਆਪਾਂ ਦੂਜੇ ਕੋਈ ਨਾ ਕਿਸੇ ਨੂੰ ਕੁਝ ਕਹੋ। ਆਪਾਂ ਅੱਜ ਆਪਾਂ ਭਾਰਤ ਬਚਾਉਣਾ ਤੇ ਅੱਜ ਆਪਾਂ ਨੂੰ ਕੁਝ ਭਾਰਤ ਲਈ ਕਰਨਾ ਚਾਹੀਦਾ।
ਜੀ ਆਂਟੀ ਜੀ ਬਹੁਤ ਹਨਾ ਕਿਸੇ ਨੂੰ ਨਾ ਕੁਛ ਕਹੋ। ਦੇਖੋ ਜਦੋਂ ਤੁਸੀਂ ਮੁਖਤਿਆਰ ਬਣ ਗਏ ਭਾਰਤ ਦੇ ਤਾਂ ਆਪੇ ਤੁਹਾਤੋਂ ਲੋਕੀ ਨਫ਼ਰਤ ਕਰਨੋਂ ਹਟ ਜਾਣਗੇ। ਨਫ਼ਰਤ ਵੀ ਆਪਾਂ ਕਰਾਉਂਦੇ ਆ ਤਾਂ ਕੰਮ ਵੀ। ਜਦੋਂ ਬੇਟਾ ਆਪਾਂ ਉਹ ਚੇਅਰ ਤੇ ਬਹਿ ਗਏ ਤੇ ਦੇਸ਼ ਤੁਹਾਡਾ ਬਣ ਜਾਊਗਾ। ਤੁਸੀਂ ਗੁਰੂਆਂ ਦੇ ਵੀ ਗੁਰੂ ਆ ਤਾਂ ਬਾਬਾ ਸਾਹਿਬ ਜੀ ਵਰਗਾ ਤਾਂ ਕੋਈ ਦੁਨੀਆ ਤੇ ਪੀਰ ਪਕੰਬਰ ਵੀ ਨਹੀਂ ਗਿਆ ਹੋਇਆ ਤੇ ਗੁਰੂ ਰਵਿਦਾਸ ਜੀ ਵਰਗਾ ਵੀ ਕੋਈ ਗੁਰੂ ਨਹੀਂ ਹੋਇਆ। ਜੇ ਨਹੀਂ ਤੁਸੀਂ ਸਮਝਦੇ ਮੈਂ ਤਾਂ ਸਾਰਿਆਂ ਨੂੰ ਪ੍ਰਣਾਮ ਕਰਦੀ ਆ। ਥੈਂਕ ਯੂ ਜੀ ਆਂਟੀ ਜੀ, ਤੁਹਾਡੀ ਕੋਲ ਕੱਟਣੀ ਪੈ ਰਹੀ ਹੈ ਕਿਉਂਕਿ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਫੋਨ ਕੀਤਾ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਥੈਂਕ ਯੂ ਜੀ।